ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸਮਾਧੀ ਪਾਦ ਵਿੱਚ ਯੋਗ ਦਾ ਸਰੂਪ ਦਿਖਾਇਆ ਗਿਆ ਹੈ। ਇਸ ਵਿੱਚ ਚਿੱਤ ਦੀ ਸਮਹਿਤਤਾ ਇਕਾਗਰਤਾ ਦਾ ਵਰਣਨ ਹੈ। ਕਹਿੰਦੇ ਹਨ ਹਰ ਜਗ੍ਹਾ ਮੌਜੂਦ ਹੈ ਪਰ ਵह ਨਜ਼ਰ आता नहीं। ਗਿਆਨ ਸਾਧਨ ਤੋਂ ਬਿਨਾਂ ਉਸੇ ਕੋਈ ਪਾਤਾ ਨਹੀਂ, ਕਿਉਂਕਿ ਹੈ ਤਾਂ ਮੌਜੂਦ ਸਾਰੀ ਜਗ੍ਹਾ ਹੀ। ਦੁੱਧ ਵਿੱਚ ਘੀ ਹੈਗਾ ਪਰ ਘਿਓ ਕੱਢਣ ਦੇ ਗਿਆਨ ਤੋਂ ਬਿਨਾਂ ਕਿਵੇਂ ਮਿਲੇਗਾ। ਲੱਕੜ 'ਚ ਅੱਗ ਹੈਗੀ ਹੈ ਪਰ ਉਹ ਕਿਹਾ ਕੰਮ ਨਹੀਂ ਨਾ ਸਵਾਰਦੀ। ਲੈ ਗਿਆਨ ਹੋਵੇ ਤੇ ਅੱਗ ਕਿਵੇਂ ਕੱਢਣੀ ਹੈ, ਫਿਰ ਉਹ ਅੱਗ ਕਈ ਕੰਮ ਸਵਾਰਦੀ ਹੈ। ਇਸ ਤਰ੍ਹਾਂ ਪਰਮਾਤਮਾ ਹੈਗਾ ਤਾਂ ਸਾਰਿਆਂ ਦੇ ਅੰਦਰ ਆ, ਫਿਰ ਵੀ ਅਸੀਂ ਰੋਈ ਜਾਂਦੇ ਦੁਖੀ ਆ। ਉਹਦੇ ਤੇ ਸਾਨੂੰ ਯਕੀਨ ਨਹੀਂ ਕਿ ਦੁੱਖ ਦੂਰ ਕਰਨ ਵਾਲਾ ਸਾਡੇ ਅੰਦਰ ਵੀ ਬੈਠਾ। ਯੋਗ ਕੀ ਹੈ? ਮਹਾਂਪੁਰਸ਼ਾਂ ਨੇ ਯੋਗ ਸ਼ਬਦ ਦੇ ਬਹੁਤ ਸਾਰੇ ਅਰਥ ਕੀਤੇ ਹਨ, ਜਿਵੇਂ ਕਿ ਵਿਯੋਗ, ਉਦਯੋਗ ਤੇ ਸੰਯੋਗ। ਵਿਯੋਗ ਦਾ ਮਤਲਬ ਹੈ ਭਾਵ ਵਿਛੋੜਾ। ਹਾਂਜੀ, ਫਿਰ ਉਦਯੋਗ ਦਾ ਮਤਲਬ ਕੋਸ਼ਿਸ਼ ਕਰਨੀ ਜਾਂ ਪੁਰਸ਼ਾਰਥ ਉਦਮ ਕਰਨਾ। ਸੰਯੋਗ ਦਾ ਮਤਲਬ ਹੈ ਮਿਲਾਪ। ਜਿੱਥੇ ਯੋਗ ਦੇ ਜੁਦਾਈ ਦੇ ਅਰਥ ਲਏ ਜਾਂਦੇ ਹਨ, ਉੱਥੇ ਕਿਹਾ ਗਿਆ ਹੈ ਕਿ ਜਦੋਂ ਤੱਕ ਇੱਕ ਪਾਸੇ ਵਿਛੋੜਾ ਨਹੀਂ ਹੁੰਦਾ ਦੂਸਰੇ ਪਾਸੇ ਮੇਲ ਨਹੀਂ ਹੋ ਸਕਦਾ। ਵਿਛੋੜਾ ਹੋਏਗਾ ਤਾਂ ਮੇਲ ਹੋਏਗਾ ਨਾ। ਇਸ ਲਈ ਪਹਿਲਾਂ ਜੁਦਾਈ ਹੋਣੀ ਜ਼ਰੂਰੀ ਹੈ। ਵਿਛੋੜੇ ਤੋਂ ਬਾਅਦ ਸੁਭਾਵਿਕ ਤੌਰ 'ਤੇ ਦੂਜੇ ਪਾਸੇ ਧਿਆਨ ਜਾਂਦਾ ਹੈ, ਕਿਉਂਕਿ ਬੁਨਿਆਦੀ ਚੀਜ਼ ਜੁਦਾਈ ਹੈ। ਇਸ ਲਈ ਵਿਸ਼ੇਸ਼ ਨਾਮ ਹੀ ਯੋਗ ਹੈ। ਜਿਵੇਂ ਆਤਮਾ ਦਾ ਕੁਦਰਤ ਵਿੱਚ ਪਿਆਰ ਹੈ ਅਤੇ ਜਦ ਤੱਕ ਆਤਮਾ ਦਾ ਕੁਦਰਤ ਤੋਂ ਵਿਯੋਗ ਨਹੀਂ ਹੁੰਦਾ ਤਦ ਤੱਕ ਪਰਮਾਤਮਾ ਵੱਲ ਨਹੀਂ ਜਾ ਸਕਦਾ। ਇਸ ਕਰਕੇ ਅਸਲ ਅਰਥਾਂ ਵਿੱਚ ਆਤਮਾ ਅਤੇ ਕੁਦਰਤ ਦੇ ਆਪਸ ਵਿੱਚ ਸੰਬੰਧ ਤੋੜਨਾ, ਭਾਵ ਸੰਸਾਰਕ ਵਿਸ਼ਿਆਂ ਨਾਲੋਂ ਸੰਬੰਧ ਤੋੜ ਲੈਣਾ ਯੋਗ ਹੈ। ਜਿੱਥੇ ਯੋਗ ਦਾ ਅਰਥ ਉਦਯੋਗ ਲਿਆ ਜਾਂਦਾ ਹੈ, ਉੱਥੇ ਕਾਰਨ ਦੱਸਿਆ ਗਿਆ ਹੈ ਕਿ ਨਾ ਤਾਂ ਇੱਕ ਚੀਜ਼ ਨਾਲ ਜੁਦਾਈ ਹੋ ਸਕਦੀ ਹੈ ਅਤੇ ਨਾ ਦੂਜੀ ਚੀਜ਼ ਨਾਲ ਮਿਲਾਪ ਹੋ ਸਕਦਾ ਹੈ, ਜਦ ਤੱਕ ਯਤਨ ਜਾਂ ਪੁਰਸ਼ਾਰਥ ਨਾ ਕੀਤਾ ਜਾਵੇ। ਇਸ ਲਈ ਸਹੀ ਅਰਥਾਂ ਵਿੱਚ ਉਦਯੋਗ ਹੀ ਯੋਗ ਹੈ। ਯਤਨ ਨਾਲ ਹੀ ਆਤਮਾ ਪ੍ਰਕਿਰਤੀ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਯਤਨ ਨਾਲ ਹੀ ਆਪਣਾ ਸੰਬੰਧ ਬ੍ਰਹਮ ਨਾਲ ਜੋੜ ਸਕਦਾ ਹੈ। ਇਸ ਲਈ ਉਦਯੋਗ ਹੀ ਮੁੱਖ ਚੀਜ਼ ਹੈ। ਇਸ ਲਈ ਇਸ ਨੂੰ ਯੋਗ ਕਹਿਣਾ ਚਾਹੀਦਾ ਹੈ। ਜਿੱਥੇ ਯੋਗ ਦਾ ਅਰਥ ਸੰਯੋਗ ਵਜੋਂ ਲਿਆ ਜਾਂਦਾ ਹੈ, ਉੱਥੇ ਇਸ ਦੇ ਅਰਥ ਹਨ ਜੁੜਨਾ ਜਾਂ ਇੱਕ ਹੋਣਾ, ਭਾਵ ਆਤਮਾ ਦਾ ਪਰਮਾਤਮਾ ਨਾਲ ਸੰਯੋਗ ਹੋਣਾ ਹੀ ਸੱਚਾ ਯੋਗ ਹੈ। ਯੋਗ ਦੀ ਅਮਲੀ ਅਤੇ ਅੰਤਮ ਮੰਜ਼ਿਲ ਵੀ ਇਹੀ ਹੈ। ਯੋਗ ਸ਼ਬਦ ਸੰਸਕ੍ਰਿਤ ਭਾਸ਼ਾ ਦੀ ਯੁਜ ਧਾਤੂ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸੰਧੀ ਕਰਨਾ, ਜੁੜਨਾ ਜਾਂ ਇੱਕ ਹੋਣਾ, ਸੰਧੀ ਮਿਲਾਪ ਕਰਨਾ। ਯੋਗ ਦਾ ਅਰਥ ਹੈ ਕਿ ਮੈਂ ਅਤੇ ਤੂੰ ਨੂੰ ਇਕਜੁੱਟ ਕਰਨਾ, ਭਾਵ ਦਵੈਸ਼ ਭਾਵ ਦਾ ਨਾ ਰਹਿਣਾ। ਮੈਂ ਅਤੇ ਤੂੰ ਦਾ ਅੰਤ ਹੋਣ ਨਾਲ ਜੋਗੀ ਬਣਦਾ ਹੈ। ਜੋ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਤਿੰਨ ਚੀਜ਼ਾਂ ਯੋਗ ਦੇ ਅੰਦਰ ਆਉਂਦੀਆਂ ਹਨ। ਪ੍ਰਕਿਰਤੀ ਤੋਂ ਵਿਯੋਗ ਜ਼ਰੂਰੀ ਹੈ, ਇਸ ਲਈ ਉਦਯੋਗ ਪੁਰਸ਼ਾਰਥ ਜ਼ਰੂਰੀ ਹੈ ਅਤੇ ਫਿਰ ਪਰਮਾਤਮਾ ਨਾਲ ਮਿਲਾਪ ਵੀ ਜ਼ਰੂਰੀ ਹੈ, ਕਿਉਂਕਿ ਅਸਲ ਵਿੱਚ ਉਦੇਸ਼ ਤਾਂ ਪਰਮਾਤਮਾ ਨਾਲ ਇੱਕ ਜੁੜਨਾ ਹੈ। ਪਰ ਪਰਮਾਤਮਾ ਵੱਲ ਰੁਚੀ ਅਤੇ ਪਿਆਰ ਹੋ ਹੀ ਨਹੀਂ ਸਕਦਾ ਜਦ ਤੱਕ ਪ੍ਰਕਿਰਤੀ ਤੋਂ ਮੂੰਹ ਨਾ ਮੋੜਿਆ ਜਾਵੇ, ਭਾਵ ਜਦ ਤੱਕ ਤਿੰਨਾਂ ਗੁਣਾਂ ਤੋਂ ਉੱਪਰ ਨਾ ਉੱਠਿਆ ਜਾਏ। ਇਹ ਮਾਇਆ ਦੇ ਤਿੰਨ ਗੁਣ ਨੇ ਨਾ, ਸਤੋ ਰਜੋ ਤਮੋ, ਅਤੇ ਜਦੋਂ ਇਹਨਾਂ ਤੋਂ ਉੱਪਰ ਨਹੀਂ ਉੱਠਦਾ ਉਨਾ ਚਿਰ ਪਰਮਾਤਮਾ ਨਾਲ ਜੁੜ ਨਹੀਂ ਸਕਦਾ ਹੈ। ਇਸ ਲਈ ਯੋਗ ਦਾ ਪਹਿਲਾ ਪੜਾਅ ਹੈ ਵਿਯੋਗ। ਪ੍ਰਕਿਰਤੀ ਤੋਂ ਮੂੰਹ ਮੋੜਨਾ ਕੋਈ ਸੌਖਾ ਕੰਮ ਨਹੀਂ। ਪ੍ਰਕਿਰਤੀ ਨੇ ਆਤਮਾ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਅਤੇ ਇਸ ਨੂੰ ਕਈ ਤਰ੍ਹਾਂ ਦੀਆਂ ਭੋਗ ਇਛਾਵਾਂ ਦੀਆਂ ਲੋਹੇ ਦੀਆਂ ਜੰਜੀਰਾਂ ਨਾਲ ਬੰਨ੍ਹਿਆ ਹੋਇਆ ਹੈ। ਇਹਨਾਂ ਜੰਜੀਰਾਂ ਨੂੰ ਤੋੜਨਾ ਲੋਹੇ ਦੇ ਚਣੇ ਚਬਾਉਣਾ ਹੈ। ਇਹ ਹੈ ਤਾਂ ਬਾਸ਼ਨਾ ਅੰਦਰ ਬੜੀਆਂ ਸੂਖਮ
ਇਹਨਾਂ ਨੂੰ ਖਤਮ ਕਰਨਾ ਔਖਾ ਬਹੁਤ ਹੈ, ਸੌਖਾ ਨਹੀਂ। ਜਿਵੇਂ ਲੋਹੇ ਦੇ ਚਣੇ ਚੱਬਣੇ ਉਹਨਾਂ ਨੂੰ ਔਖੇ ਆ, ਇਸ ਤਰ੍ਹਾਂ ਹੀ ਆ ਇਹ। ਇਸ ਲਈ ਪ੍ਰਕਿਰਤੀ ਤੋਂ ਛੁਟਕਾਰਾ ਪਾਉਣ ਲਈ ਉਦਯੋਗ ਪ੍ਰਚਾਰਕ ਦੀ ਜ਼ਰੂਰਤ ਹੈ। ਜੋ ਅਸੀਂ ਪ੍ਰਕਿਰਤੀ ਨਾਲ ਸੰਬੰਧ ਤੋੜ ਲਏ, ਜੇ ਅਸੀਂ ਪ੍ਰਕਿਰਤੀ ਨੂੰ ਸੰਬੰਧ ਤੋੜ ਲਈ, ਪ੍ਰਕਿਰਤੀ ਕਹਿ ਦਿਓ, ਮਾਇਆ ਕਹਿ ਦਿਓ, ਕੁਦਰਤ ਕਹਿ ਦਿਓ, ਨੇਚਰ ਕਹਿ ਦਿਓ, ਇੱਕੋ ਹੀ ਚੀਜ਼ ਹੈ। ਇਹਨਾਂ ਸੰਬੰਧ ਤੋੜ ਲਈਏ ਤਾਂ ਇਸ ਤੋਂ ਬਾਅਦ ਪਰਮਾਤਮਾ ਅਜਿਹੀ ਸੱਤਾ ਜਾਂ ਵਸਤੂ ਹੈ ਜੋ ਦਿਖਾਈ ਨਹੀਂ ਦਿੰਦੀ, ਜੋ ਕਿ ਮਨ ਅਤੇ ਇੰਦਰੀਆਂ ਦਾ ਵਿਸ਼ਾ ਨਹੀਂ। ਇਸ ਰਾਹ 'ਤੇ ਤੁਰ ਕੇ ਜਲਦੀ ਹੀ ਕੋਈ ਲਾਭ ਜਾਂ ਆਨੰਦ ਵੀ ਦਿਖਾਈ ਨਹੀਂ ਦਿੰਦਾ। ਇਹ ਇੱਕ ਅਨੋਖੀ ਚਟਣੀ ਹੈ। ਇਸ ਲਈ ਪਰਮਾਤਮਾ ਵਿੱਚ ਦਿਲਚਸਪੀ ਲੈਣ ਅਤੇ ਉਸ ਨਾਲ ਪਿਆਰ ਦਾ ਸੰਬੰਧ ਜੋੜਨ ਦੇ ਲਈ ਉਦਯੋਗ ਦੀ ਜ਼ਰੂਰਤ ਹੈ। ਇਹ ਯੋਗ ਦੀ ਦੂਸਰੀ ਮੰਜ਼ਿਲ ਨੂੰ ਮੰਜ਼ਿਲ ਨੂੰ ਪਾਰ ਕਰਨ ਤੋਂ ਬਾਅਦ ਤੀਸਰੀ ਅਤੇ ਆਖਰੀ ਮੰਜ਼ਿਲ ਆਉਂਦੀ ਹੈ। ਭਾਵ ਪਰਮਾਤਮਾ ਨਾਲ ਮਿਲਾਪ ਹੋਣਾ, ਉਸ ਵੱਲ ਪਿਆਰ ਦਾ ਸੰਬੰਧ ਜੋੜਨਾ, ਕਿਉਂਕਿ ਇਹ ਆਖਰੀ ਮੰਜ਼ਿਲ ਹੈ ਅਤੇ ਇਸ ਉਦੇਸ਼ ਨਾਲ ਪਹਿਲੀਆਂ ਦੋ ਮੰਜ਼ਿਲਾਂ ਨੂੰ ਪਾਰ ਕਰਨਾ ਪੈਂਦਾ ਹੈ। ਇਸ ਲਈ ਆਖਰੀ ਮੰਜ਼ਿਲ ਭਾਵ ਆਤਮਾ ਅਤੇ ਪਰਮਾਤਮਾ ਦੇ ਮੇਲ ਨੂੰ ਯੋਗ ਕਿਹਾ ਜਾਂਦਾ ਹੈ। ਚਿੱਤ ਵਿੱਚ ਵਿਕਾਰਾਂ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਰਹਿੰਦੀਆਂ ਹਨ। ਹਾਂਜੀ, ਕਦੀ ਕਾਮ ਦੀ ਲਹਿਰ ਆ ਗਈ, ਕਦੀ ਕ੍ਰੋਧ ਦੀ ਆ ਗਈ, ਕਦੀ ਲੋਭ ਦੀ ਆ ਗਈ, ਕਦੀ ਮੋਹ ਦੀ ਆ ਗਈ, ਕਦੀ ਹੰਕਾਰ ਦੀ, ਕਦੀ ਆਸਾ, ਤ੍ਰਿਸ਼ਨਾ, ਮਮਤਾ। ਇੱਕ ਥੋੜ੍ਹੀ ਆ। ਇਸ ਲਈ ਚਿੱਤ ਦੀਆਂ ਬਿਰਤੀਆਂ ਜਾਂ ਵਿਚਾਰਾਂ ਨੂੰ ਰੋਕ ਕੇ ਮਨ ਨੂੰ ਬਿਲਕੁਲ ਸਥਿਰ ਅਤੇ ਨਿਸ਼ਚਲ ਜਾਂ ਇਕਾਗਰ ਕਰਨਾ ਹੀ ਯੋਗ ਦਾ ਪਹਿਲਾ ਸਾਧਨ ਹੈ। ਇਸ ਦੇ ਬਿਨਾਂ ਯੋਗ ਸਾਧਨ ਵਿੱਚ ਉੱਨਤੀ ਅਤੇ ਸਫਲਤਾ ਅਸੰਭਵ ਹੈ। ਮਨ ਨੂੰ ਸਥਿਰ ਕਰਨਾ ਅਤੇ ਸ਼ਾਂਤ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ। ਕਾਹਲੀ ਜਾਂ ਜਲਦਬਾਜ਼ੀ ਨਾਲ ਨਹੀਂ ਕੋਈ ਵੀ ਕੰਮ ਹੁੰਦਾ ਅਤੇ ਇਸ ਵਿੱਚ ਉੱਠਦੇ ਹੋਏ ਵਿਕਾਰਾਂ ਅਤੇ ਬੜੇ ਜ਼ੋਰ ਨਾਲ ਉੱਠਦੀਆਂ ਹੋਈਆਂ ਮਾਨਸਿਕ ਲਹਿਰਾਂ ਨੇ ਕਹਿੰਦੇ ਵੱਡੇ ਵੱਡੇ ਜੋਗੀਆਂ ਦੇ ਛੱਕੇ ਛਡਾ ਦਿੱਤੇ ਹਨ। ਪਰ ਜਦ ਤੱਕ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਨਹੀਂ ਹੋ ਜਾਂਦਾ, ਭਾਵ ਜਦ ਤੱਕ ਚਿੱਤ ਦੀਆਂ ਬਿਰਤੀਆਂ ਰੋਕ ਨਹੀਂ ਜਾਂਦੀਆਂ, ਤਦ ਤੱਕ ਆਤਮਾ ਚਿੱਤ ਦੀਆਂ ਬਿਰਤੀਆਂ ਦੇ ਅਨੁਸਾਰ ਹੀ ਆਪਣਾ ਰੂਪ ਨੂੰ ਸਮਝਦਾ ਹੈ। ਭਾਵ ਆਤਮਾ ਸਮਝਦਾ ਹੈ ਕਿ ਮੈਂ ਖੁਸ਼ ਹਾਂ, ਉਦਾਸ ਹਾਂ, ਦੁਖੀ ਹਾਂ, ਸੁਖੀ ਹਾਂ ਆਦਿ, ਅਤੇ ਉਸ ਨੂੰ ਆਪਣੇ ਅਸਲੀ ਸਰੂਪ ਦਾ ਗਿਆਨ ਨਹੀਂ ਹੁੰਦਾ। ਪਰ ਦਿਲ ਦੀਆਂ ਬਿਰਤੀ ਨੂੰ ਰੋਕਣ ਨਾਲ ਆਤਮਾ ਨੂੰ ਆਪਣੇ ਸਰੂਪ ਵਿੱਚ ਸਥਿਰ ਹੋ ਜਾਂਦਾ ਹੈ ਅਤੇ ਉਸ ਨੂੰ ਆਪਣੇ ਅਸਲ ਸਰੂਪ ਦਾ ਗਿਆਨ ਹੋ ਜਾਂਦਾ ਹੈ। ਇਸ ਲਈ ਚਿੱਤ ਦੀਆਂ ਬਿਰਤੀਆਂ ਨੂੰ ਰੋਕਣਾ ਜ਼ਰੂਰੀ ਹੈ। ਚਿੱਤ ਦੀਆਂ ਬਿਰਤੀਆਂ ਦਾ ਰੁਕ ਜਾਣਾ ਹੀ ਯੋਗ ਹੈ। ਬਿਰਤੀਆਂ ਨੂੰ ਰੋਕਣ ਲਈ ਅਤੇ 8 ਸਾਧਨਾਂ ਜਾਂ ਅੰਗਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਨੂੰ ਅਸ਼ਟਾਂਗ ਯੋਗ ਕਿਹਾ ਜਾਂਦਾ ਹੈ। ਮਹਾਰਿਸ਼ੀ ਪਤੰਜਲੀ ਕਹਿੰਦੇ ਹਨ, ਯੋਗਾਸ ਚਿੱਤ ਬਿਰਤੀ ਨਿਰੋਧਾ, ਬਿਲਕੁਲ ਰੁਕ ਜਾਣਾ ਹੀ ਯੋਗ ਹੈ। ਇਸ ਲਈ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਭਾਵ ਚਿੱਤ ਦੇ ਵਿਚਾਰਾਂ ਨੂੰ ਇਕਾਗਰ ਕਰਨਾ ਹੀ ਯੋਗ ਹੈ। ਇਸ ਦੇ ਨਾਲ ਆਤਮਾ ਅੰਤ ਵਿੱਚ ਆਪਣੇ ਅਸਲੀ ਰੂਪ ਵਿੱਚ ਲੀਨ ਹੋ ਜਾਂਦਾ ਹੈ। ਚਿੱਤ ਬਿਰਤੀਆਂ ਦਾ ਨਿਰੋਧ ਤਦ ਤੱਕ ਹੁੰਦਾ ਹੈ ਜਦੋਂ ਸਾਰੀਆਂ ਇੱਛਾਵਾਂ ਤੋਂ ਅਲੱਗ ਰਹਿ ਕੇ ਪਰਮਾਤਮਾ ਨੂੰ ਸਭ ਵਿੱਚ ਅਤੇ ਸਭ ਵਿੱਚ ਪਰਮਾਤਮਾ ਨੂੰ ਦੇਖਿਆ ਜਾਵੇ। ਹੁਣ ਸਾਨੂੰ ਇਹ ਦੇਖਣਾ ਹੈ ਕਿ ਕਿਵੇਂ ਦੋ ਵੱਖ-ਵੱਖ ਪਦਾਰਥਾਂ ਲਈ ਸਦਾ ਲਈ ਇਕਜੁੱਟ ਹੋਣਾ ਜਾਂ ਇਕੱਠੇ ਹੋਣਾ ਕਿਵੇਂ ਸੰਭਵ ਹੈ। ਕੋਈ ਵੀ ਸਾਡਾ ਸੰਬੰਧ ਸਜਾਤੀ ਤੱਤ ਨਾਲ ਹੀ ਹੋ ਸਕਦਾ ਹੈ, ਵਿਜਾਤੀ ਤੱਤ ਨਾਲ ਨਹੀਂ ਹੋ ਸਕਦਾ। ਪਰਮਾਤਮਾ ਦਾ ਸਜਾਤੀ ਤੱਤ ਆਤਮਾ ਹੀ ਹੈ। ਇਸ ਲਈ ਆਤਮਾ ਦੇ ਪਰਮਾਤਮਾ ਦਾ
ਮੇਲ ਹੋ ਸਕਦਾ ਹੈ, ਹੋਰ ਦੂਸਰੀਆਂ ਵਸਤੂਆਂ ਨਾਲ ਨਹੀਂ। ਉਹ ਚੀਜ਼ਾਂ ਜਿਹੜੀਆਂ ਕੁਦਰਤੀ ਸਰੂਪ ਵਿੱਚ ਵੱਖਰੀਆਂ ਹਨ, ਭਾਵ ਇਹ ਕੁਝ ਸਮੇਂ ਲਈ ਮਿਲ ਵੀ ਜਾਣ ਪਰ ਅੰਤ ਵਿੱਚ ਉਹ ਵੱਖ-ਵੱਖ ਹੋ ਜਾਂਦੀਆਂ ਹਨ। ਉਦਾਹਰਣ ਵਜੋਂ ਜੇ ਪਾਣੀ ਅਤੇ ਮਿੱਟੀ ਦੋਵੇਂ ਇਕੱਠੇ ਮਿਲਾ ਕੇ ਗਾਰਾ ਬਣਾ ਕੇ ਰੱਖ ਦਿੱਤਾ ਜਾਏ ਤਾਂ ਸਮਾਂ ਆਉਣ 'ਤੇ ਪਾਣੀ ਸੁੱਕ ਜਾਏਗਾ ਅਤੇ ਮਿੱਟੀ ਇਸ ਤੋਂ ਵੱਖ ਆਪਣੇ ਅਸਲ ਰੂਪ ਵਿੱਚ ਵਾਪਸ ਆ ਜਾਏਗੀ। ਇਸੇ ਤਰ੍ਹਾਂ ਮਿਲਾਇਆ ਹੋਇਆ ਦੁੱਧ ਅਤੇ ਪਾਣੀ ਅੱਗ ਕਾਰਨ ਦੁਬਾਰਾ ਵੱਖ ਹੋ ਜਾਵੇਗਾ ਅਤੇ ਇਹਨਾਂ ਦਾ ਮਿਲਾਪ ਸਿਰਫ ਥੋੜ੍ਹੇ ਸਮੇਂ ਲਈ ਹੀ ਹੋਵੇਗਾ। ਆਤਮਾ ਪਰਮਾਤਮਾ ਦਾ ਸਜਾਤੀ ਤੱਤ ਹੈ, ਇੱਕ ਜਾਤ ਦੇ ਹਨ। ਇਸ ਲਈ ਚਿੱਤ ਬਿਰਤੀਆਂ ਦਾ ਨਿਰੋਧ ਹੋਣ ਨਾਲ ਪ੍ਰਗਿਆਤ ਮੈਨੇ ਹੁੰਦਾ ਨਿਰਵਿਕਲਪ। ਪ੍ਰਸੰਗਿਆਤ ਦਾ ਮਤਲਬ ਨਿਰਵਿਕਲਪ। ਦੇਖਦੇ ਕੀ ਆ, ਬਹੁਤ ਗਿਆਨੀ ਬਣ ਗਏ ਆ। ਸਮਾਧੀ ਅਵਸਥਾ ਵਿੱਚ ਜੀਵਾਤਮਾ ਦਾ ਜੀਵ ਭਾਵ ਆਪਣੇ ਅਸਲੀ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਵਿਦਾਂਤ ਵੀ ਇਸੇ ਗੱਲ ਦਾ ਸਮਰਥਨ ਕਰਦਾ ਹੈ। ਵਿਦਾਂਤ ਅਤੇ ਯੋਗ ਦਰਸ਼ਨ ਵਿੱਚ ਕੋਈ ਅੰਤਰ ਨਹੀਂ, ਸਿਰਫ ਵਰਣਨ ਦੇ ਤਰੀਕੇ ਜਾਂ ਪ੍ਰਕਿਰਿਆ ਸਾਧਨਾ ਵਿੱਚ ਫਰਕ ਹੈ। ਅਸਲ ਵਿੱਚ ਕੋਈ ਅੰਤਰ ਨਹੀਂ। ਵਿਦਾਂਤ ਵਿੱਚ ਪਹਿਲਾਂ ਨਿਸ਼ਕਾਮ ਕਰਮ, ਮਨ ਦੇ ਮਲ ਦੋਸ਼ ਨੂੰ ਦੂਰ ਕੀਤਾ ਜਾਂਦਾ ਹੈ। ਫਿਰ ਭਗਤੀ ਜਾਂ ਉਪਾਸਨਾ ਨਾਲ ਮਨ ਦੇ ਬਖਸ਼ੇਪ, ਜਿਹੜਾ ਚੰਚਲਤਾ ਦੋਸ਼ ਆ, ਮਨ ਦਾ ਵਿਸ਼ਿਆਂ ਵੱਲ ਦੌੜਨਾ ਦੂਰ ਹੋ ਜਾਂਦਾ ਹੈ। ਫਿਰ ਗਿਆਨ ਨਾਲ ਆਵਰਣ ਦੋਸ਼ ਨੂੰ ਦੂਰ ਕੀਤਾ ਜਾਂਦਾ ਹੈ। ਵਿਦਾਂਤ ਦੇ ਅਨੁਸਾਰ ਗਿਆਨ ਪ੍ਰਾਪਤ ਕਰਨ ਲਈ ਵਿਵੇਕ, ਵੈਰਾਗ, ਖਟ ਸੰਪਤੀ ਅਤੇ ਮੋਕਸ਼ ਇੱਛਾ, ਇਹ ਚਾਰ ਸਾਧਨ ਕਰਨ ਤੋਂ ਬਾਅਦ ਗੁਰੂ ਦੇ ਮੁਖ ਤੋਂ ਮਹਾਂਵਾਕ ਦਾ ਸਰਵਣ ਕਰਕੇ ਉਸ ਦੇ ਮੰਨਣ ਅਤੇ ਨਿਧਿਆਸਣ ਦੇ ਦੁਆਰਾ ਅਮਲ ਕਰਨ ਨਾਲ ਆਤਮਾ ਸਾਖਿਆਤਕਾਰ ਪ੍ਰਤੱਖ ਕੀਤਾ ਜਾਂਦਾ ਹੈ। ਯੋਗ ਵਿੱਚ ਪਹਿਲੇ 6 ਅੰਗਾਂ ਜਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ ਅਤੇ ਧਾਰਨਾ ਦੀ ਪਾਲਣਾ ਕਰਨ ਤੋਂ ਬਾਅਦ ਧਿਆਨ ਯੋਗ ਨਾਲ ਸਮਾਧੀ 'ਚ ਪਹੁੰਚ ਕੇ ਆਤਮਾ ਦਾ ਸਾਖਿਆਤਕਾਰ ਕੀਤਾ ਜਾਂਦਾ ਹੈ। ਯੋਗ ਦਾ ਸਰੂਪ। ਯੋਗ ਦਾ ਸਰੂਪ ਦੱਸਣ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜਦੋਂ ਕਿਸੇ ਨਾਟਕ ਵਿੱਚ ਕੋਈ ਦਰਦਨਾਕ ਦ੍ਰਿਸ਼ ਵਾਪਰਦਾ ਹੈ ਤਾਂ ਸਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ, ਕਿਉਂਕਿ ਉਸ ਸਮੇਂ ਸਾਡਾ ਮਨ ਬਾਹਰ ਦੀਆਂ ਦੁਨਿਆਵੀ ਹਾਲਤਾਂ ਤੋਂ ਬੇਖਬਰ ਹੋ ਕੇ ਉਹਨਾਂ ਨੂੰ ਭੁੱਲ ਕੇ ਇਸ ਖੇਡ ਵਿੱਚ ਲੀਨ ਹੋ ਰਿਹਾ ਹੁੰਦਾ ਹੈ। ਇਸੇ ਦਾ ਨਾਮ ਯੋਗ ਹੈ। ਇਸੇ ਤਰ੍ਹਾਂ ਜਦੋਂ ਕੋਈ ਸਾਧਕ ਸਾਰੇ ਬਾਹਰੀ ਵਿਸ਼ਿਆਂ ਨੂੰ ਮਨ ਤੋਂ ਭੁੱਲ ਕੇ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ, ਤਦ ਉਸ ਨੂੰ ਸੱਚਾ ਯੋਗ ਕਿਹਾ ਜਾਂਦਾ ਹੈ। ਅਤੇ ਜੇ ਇਹ ਯੋਗ ਸੰਸਾਰ ਨਾਲ ਹੋਵੇ ਤੇ ਇਸ ਨੂੰ ਮਜਾਜੀ, ਨਕਲੀ ਯੋਗ ਕਿਹਾ ਜਾਂਦਾ ਹੈ। ਮਨ ਦਾ ਬਾਹਰ ਤੋਂ ਅੰਦਰ ਵੱਲ ਆਉਣਾ ਹੀ ਯੋਗ ਹੈ। ਬਿਰਤੀ ਦਾ ਅੰਤਰਮੁਖ ਹੋਣਾ ਯੋਗ ਹੈ। ਜਦੋਂ ਮਨੁੱਖ ਨੂੰ ਸਿਵਾਏ ਇੱਕ ਪਰਮਾਤਮਾ ਦੇ ਹੋਰ ਸਭ ਪਦਾਰਥਾਂ ਤੋਂ ਖਿਆਲ ਦਿਲ ਵਿੱਚੋਂ ਖਤਮ ਹੋ ਜਾਣ ਤਾਂ ਉਸ ਦਾ ਨਾਮ ਯੋਗ ਹੈ। ਹੁਣ ਮਜਾਜੀ, ਨਕਲੀ ਯੋਗ ਦੀ ਇੱਕ ਉਦਾਹਰਣ ਦਿੱਤੀ ਜਾਂਦੀ ਹੈ। ਇੱਕ ਵਾਰ ਅਕਬਰ ਸ਼ਾਮ ਨੂੰ ਜੰਗਲ ਵਿੱਚ ਨਮਾਜ਼ ਪੜ੍ਹ ਰਿਹਾ ਸੀ। ਇੱਕ ਇਸਤਰੀ ਦਾ ਪਤੀ ਸਵੇਰੇ ਪਸ਼ੂਆਂ ਨੂੰ ਚਰਾਉਣ ਲਈ ਲੈ ਕੇ ਗਿਆ ਹੋਇਆ ਸੀ, ਪਰ ਸ਼ਾਮ ਹੋ ਗਈ ਸੀ ਅਤੇ ਉਹ ਹਾਲੇ ਘਰ ਵਾਪਸ ਨਹੀਂ ਆਇਆ ਸੀ। ਉਸ ਇਸਤਰੀ ਨੇ ਆਪਣੇ ਪਤੀ ਦੀ ਭਾਲ ਵਿੱਚ ਬਾਹਰ ਨਿਕਲੀ ਅਤੇ ਉਹ ਅਕਬਰ ਦੇ ਆਸਣ 'ਤੇ ਪੈਰ ਰੱਖਦੀ ਹੋਈ ਤੇਜ਼ੀ ਨਾਲ ਅੱਗੇ ਨਿਕਲ ਗਈ। ਅਕਬਰ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਉਸ ਸਮੇਂ ਉਸ ਨੂੰ ਕੁਝ ਨਹੀਂ ਕਿਹਾ। ਥੋੜ੍ਹੀ ਦੇਰ ਬਾਅਦ ਉਹ ਇਸਤਰੀ ਆਪਣੇ ਪਤੀ ਨਾਲ ਹੱਸਦੀ ਖੇਡਦੀ ਉਸੇ ਰਸਤੇ ਵਾਪਸ ਪਰਤ ਆਈ ਅਤੇ ਉਹ ਦੋਵੇਂ ਅਕਬਰ ਦੇ ਆਸਣ ਤੋਂ ਰਤਾ ਦੂਰੋਂ ਹੋ ਕੇ ਲੰਘੇ। ਰਾਜੇ ਨੇ ਇਸ ਇਸਤਰੀ ਨੂੰ ਪਛਾਣ ਲਿਆ। ਉਸ ਨੂੰ ਬੁਲਾ ਕੇ ਉਸ ਨੂੰ ਇਕੱਲਿਆਂ ਕਿ ਤੁਹਾਨੂੰ ਖਬਰ ਨਹੀਂ ਸੀ
ਕਿ ਮੈਂ ਮਾਲਕ ਦੀ ਯਾਦ ਵਿੱਚ ਆਸਣ ਤੇ ਬੈਠਾ ਸੀ ਅਤੇ ਤੁਸੀਂ ਮੇਰੀ ਅਤੇ ਇਸ ਪਵਿੱਤਰ ਆਸਣ ਦੀ ਕੋਈ ਪਰਵਾਹ ਨਹੀਂ ਕੀਤੀ। ਫਿਰ ਉਹ ਹੱਸਦਿਆਂ ਹਾਂ ਕਹਿਣ ਲੱਗੀ ਕਿ ਇਹ ਆਦਮੀ ਮੇਰਾ ਪਤੀ ਹੈ। ਮੈਂ ਇਸ ਨੂੰ ਮਿਲਣ ਲਈ ਜਾ ਰਹੀ ਸੀ ਅਤੇ ਇਸ ਦੇ ਧਿਆਨ ਵਿੱਚ ਇੰਨੀ ਮਗਨ ਸੀ ਕਿ ਉਸ ਸਮੇਂ ਨਾ ਮੈਨੂੰ ਤੁਸੀਂ ਦਿਖਾਈ ਦਿੱਤੇ ਅਤੇ ਨਾ ਹੀ ਤੁਹਾਡਾ ਆਸਣ। ਪਰ ਮੈਂ ਹੈਰਾਨ ਹਾਂ ਕਿ ਤੁਸੀਂ ਵੀ ਆਪਣੇ ਪਿਆਰੇ ਦੀ ਯਾਦ ਵਿੱਚ ਬੈਠੇ ਸੀ ਅਤੇ ਤੁਹਾਨੂੰ ਮੇਰਾ ਵੀ ਧਿਆਨ ਰਿਹਾ ਅਤੇ ਆਸਣ ਦਾ ਵੀ। ਇਸ ਤੋਂ ਲੱਗਦਾ ਹੈ ਕਿ ਤੁਸੀਂ ਦਿਲ ਨਾਲ ਆਪਣੇ ਮਾਲਕ ਦੀ ਯਾਦ ਵਿੱਚ ਨਹੀਂ ਬੈਠੇ ਸੀ। ਉਹ ਸਿਰਫ ਇੱਕ ਦਿਖਾਵਾ ਸੀ। ਇਹ ਸੁਣਦਿਆਂ ਹੀ ਰਾਜਾ ਨਿਰੁੱਤਰ ਹੋ ਗਿਆ। ਉਹ ਇਸਤਰੀ ਜਿਸ ਵੇਲੇ ਆਪਣੇ ਪਤੀ ਦੇ ਧਿਆਨ ਵਿੱਚ ਤੁਰੀ ਜਾ ਰਹੀ ਸੀ, ਉਸ ਸਮੇਂ ਯੋਗ ਵਿੱਚ ਸੀ। ਉਸ ਵੇਲੇ ਉਹਦਾ ਮਨ ਬਾਹਰ ਦੇ ਸੰਸਾਰ ਤੋਂ ਪੂਰੀ ਤਰ੍ਹਾਂ ਬੇਖਬਰ ਸੀ। ਵਿਚਾਰਵਾਨ ਆਦਮੀ ਆਪਣੇ ਮਨ ਦਾ ਜੋਗ ਸੰਸਾਰ ਦੇ ਪਦਾਰਥਾਂ ਤੋਂ ਹਟਾ ਕੇ ਆਪਣੇ ਸੱਚੇ ਪ੍ਰੀਤਮ ਅਤੇ ਸੁਖ ਦੇ ਚਸ਼ਮੇ ਸੋਮੇ ਨਾਲ ਜੋੜਦਾ ਹੈ। ਆਦਮੀ ਦੁਖੀ ਇਸ ਲਈ ਹੈ ਕਿਉਂਕਿ ਉਹਦਾ ਜੋਗ ਸੰਸਾਰ ਦੇ ਝੂਠੇ ਪਦਾਰਥਾਂ ਨਾਲ ਹੈ। ਝੂਠੇ ਪਦਾਰਥਾਂ ਨਾਲ ਜੁੜਿਆ ਹੈ ਨਾ, ਮਾਇਆ ਨਾਲ, ਪਦਾਰਥਾਂ ਨਾਲ, ਇਸਤਰੀ, ਪੁੱਤਰ, ਪਰਿਵਾਰ, ਪਤੀ, ਰਿਸ਼ਤੇਦਾਰ। ਇੱਧਰ ਨੂੰ ਮਨ ਦੌੜ ਦੌੜ ਜਾਂਦਾ ਨਾ, ਗਿੱਦੜ ਵਾਂਗ ਪਿੱਛੇ ਨੂੰ ਝਾਕਦਾ। ਪਰਮਾਤਮਾ ਵੱਲ ਧਿਆਨ ਨਹੀਂ, ਪਿੱਛੇ ਨੂੰ ਇਹਨਾਂ ਵਸਤੂਆਂ ਪਦਾਰਥਾਂ ਨੂੰ ਦੌੜਦਾ ਹੈ। ਅਸੀਂ ਆਪਣੇ ਆਪ ਨੂੰ ਸੰਸਾਰ ਦੇ ਤਦ ਰੂਪ ਬਣਾ ਲਿਆ ਹੈ। ਬਸ ਸੰਸਾਰ ਦਾ ਰੂਪ ਬਣੇ ਬੈਠੇ ਹਾਂ। ਅਸੀਂ ਸੰਸਾਰ ਦੀਆਂ ਚੀਜ਼ਾਂ ਨੂੰ ਆਪਣੀਆਂ ਸਮਝ ਕੇ ਦੁਖੀ ਹੁੰਦੇ ਹਾਂ, ਪਰ ਅਸੀਂ ਸੰਸਾਰ ਵਿੱਚ ਸੰਸਾਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ। ਉਹ ਕਿਵੇਂ? ਵਿਧੀ ਇਹ ਹੈ ਕਿ ਸੰਸਾਰ ਵਿੱਚ ਰਹਿੰਦਿਆਂ ਹੀ ਆਪਣੇ ਮਨ ਦੇ ਜੋਗ ਦੇ ਕੇਂਦਰ ਨੂੰ ਬਦਲੋ, ਭਾਵ ਮਨ ਦੇ ਜੋਗ ਨੂੰ ਪਰਮਾਤਮਾ ਦੀ ਯਾਦ ਵਿੱਚ ਲਾਓ ਅਤੇ ਸੰਸਾਰ ਦੇ ਸਾਰੇ ਕਾਰੋਬਾਰ ਨੂੰ ਬਿਨਾਂ ਲਗਾਓ ਤੇ ਕਰੋ। ਇਸ ਤਰ੍ਹਾਂ ਕਰਨ ਨਾਲ ਅਸੀਂ ਸੰਸਾਰਕ ਧੰਦੇ ਵੀ ਚਲਾਉਂਦੇ ਜਾਵਾਂਗੇ ਤੇ ਇਹਨਾਂ ਦੀ ਦਲਦਲ ਵਿੱਚ ਨਹੀਂ ਫਸਾਂਗੇ। ਹੱਥ ਕਾਰ ਵੱਲ ਤੇ ਦਿਲ ਯਾਰ ਵੱਲ। ਬਸ ਇਸ ਨੂੰ ਸੱਚਾ ਜੋਗ ਕਿਹਾ ਜਾਂਦਾ ਹੈ। ਭਗਵਾਨ ਕ੍ਰਿਸ਼ਨ ਜੀ ਨੇ ਵੀ ਕਿਹਾ ਹੈ ਕਿ ਸੰਨਿਆਸ ਤਾਂ ਮਨ ਦਾ ਹੈ। ਭਾਵ ਹੈ ਕਿ ਮਨ ਪਰਮਾਤਮਾ ਵਿੱਚ ਹੋਵੇ, ਭਾਵੇਂ ਸੰਸਾਰ ਵਿੱਚ ਹੀ ਰਹੇ। ਪਖੰਡੀ ਸਾਧੂ ਤਾਂ ਸੰਸਾਰ ਦੀ ਹੋਰ ਡੂੰਘੀ ਦਲਦਲ ਵਿੱਚ ਫਸ ਜਾਂਦਾ ਹੈ। ਸੰਸਾਰ ਕਿਸ ਨੂੰ ਕਹਿੰਦੇ ਹਨ? ਰੋਟੀ ਕਮਾਉਣ ਨੂੰ ਸੰਸਾਰ ਨਹੀਂ ਕਿਹਾ ਜਾਂਦਾ। ਧਨ ਦੌਲਤ ਇਕੱਠਾ ਕਰਨਾ ਸੰਸਾਰ ਨਹੀਂ। ਇਸਤਰੀ ਬੱਚਿਆਂ ਦਾ ਹੋਣਾ ਵੀ ਸੰਸਾਰ ਨਹੀਂ ਕਹਾਉਂਦਾ। ਸਗੋਂ ਮਨੁੱਖ ਦਾ ਆਪਣੇ ਮਾਲਕ ਨੂੰ ਭੁਲਾ ਦੇਣਾ ਸੰਸਾਰ ਹੈ। ਸੰਸਾਰ ਵਿੱਚ ਰਹਿੰਦਾ ਹੋਇਆ ਮਨੁੱਖ ਜੇਕਰ ਸੰਸਾਰ ਦੀਆਂ ਚੀਜ਼ਾਂ ਦੇ ਧਿਆਨ ਯੋਗ ਨਾਲ ਸਮਾਧੀ 'ਚ ਪਹੁੰਚ ਕੇ ਜੇਕਰ ਸੰਸਾਰੀ ਵਸਤੂਆਂ ਦੇ ਪ੍ਰੇਮ 'ਚ ਨਹੀਂ ਫਸਦਾ, ਸਗੋਂ ਪਰਮਾਤਮਾ ਨਾਲ ਯੋਗ ਕਰਦਾ ਹੈ, ਤਾਂ ਉਹ ਸੰਨਿਆਸੀ ਹੈ। ਇਸ ਲਈ ਕਹਿੰਦੇ ਹਨ, ਮਨ ਕੇ ਜੋਗ ਜੋਗੀ ਸਾਚੇ ਰੰਗ ਕੇ, ਕਿਆ ਰੱਖਾ ਹੈ ਕੱਪੜਾ ਰੰਗਨੇ में। ਇਹ ਨਹੀਂ ਵੀ ਕੱਪੜੇ ਰੰਗ ਲੈ, ਰੰਗ ਬਰੰਗੇ ਪਾ ਲੈ, ਇਹ ਕੋਈ ਯੋਗ ਨਹੀਂ। ਹਾਂਜੀ, ਹੁਣ ਕੋਈ ਜੋਗੀ ਹੈ, ਕੰਨਾਂ 'ਚ ਮੁੰਦਰਾਂ ਪਾ ਲਈਆਂ ਜਾਂ ਰੰਗ ਬਰੰਗੇ ਕੱਪੜੇ ਪਾ ਲੈ, ਇਹ ਯੋਗ ਨਹੀਂ ਹੈ। ਯੋਗ ਤਾਂ ਜੁੜਨ ਵਿੱਚ ਹੈ। ਜੇਕਰ ਮਨ ਵਿੱਚ ਆਸਕਤੀ ਪਕੜ ਨਹੀਂ ਤਾਂ ਤੁਸੀਂ ਸੰਨਿਆਸੀ ਹੋ। ਭਾਵੇਂ ਤੁਸੀਂ ਜੰਗਲ ਵਿੱਚ ਰਹੋ ਜਾਂ ਨਗਰ ਵਿੱਚ, ਭਾਵੇਂ ਆਪਣਾ ਕਿਸੇ ਵੀ ਰੰਗ 'ਚ ਰਹੋ, ਕਿਉਂਕਿ ਮਨ ਨੂੰ ਰੰਗਣਾ ਹੈ, ਨਾ ਕਿ ਵਸਤਰਾਂ ਨੂੰ। ਕਈ ਹੁਣ ਹੈਗਾ ਵੀ ਮੂੰਹ ਸਿਰ ਮਨਾ ਕੇ ਸੰਨਿਆਸੀ ਬਣ ਜਾਂਦੇ ਹੈ, ਜਾਂ ਬਹੁਤੀਆਂ ਜਟਾਂ ਵਧਾ ਕੇ ਜੋਗੀ ਬਣ ਜਾਂਦੇ ਹੈ। ਪਰ ਇਹ ਨਹੀਂ, ਕਹਿੰਦੇ ਮਨ ਨੂੰ ਰੰਗਣਾ ਹੈ, ਨਾ ਕਿ ਵਸਤਰਾਂ ਨੂੰ। ਤੁਹਾਡੇ ਅਤੇ ਪਰਮਾਤਮਾ ਵਿੱਚ ਮਨ ਦੀ ਹੀ ਕੰਧ ਹੈ। ਇਹ ਕੰਧ ਢਾਹ ਦਿਓ ਤਾਂ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਜਿਵੇਂ ਹੁਣ ਕੰਧ ਤੋਂ ਪਰਲੇ ਪਾਸੇ ਕੋਈ ਬੈਠਾ, ਕੋਈ ਉਰਲੇ ਪਾਸੇ ਬੰਦੇ ਹੈਗੇ ਆ, ਪਰ ਦੀਦਾ ਨਹੀਂ। ਇਸੇ ਤਰ੍ਹਾਂ ਪਰਮਾਤਮਾ ਦੇ ਇਹ ਜੀਵ ਦੇ ਵਿਚਾਲੇ ਇੱਕ ਇਹ ਕੰਧ ਬਣੀ ਹੋਈ ਹੈ, ਜਿਹਦੇ ਕਰਕੇ ਉਹ ਪੜਦਾ ਨਹੀਂ ਦੀਦਾ, ਅਗਿਆਨਤਾ ਦਾ। ਇਹ ਕੰਧ ਢਾਹ ਦਿਓ, ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਇਸ ਲਈ ਅਸਲੀ ਤਿਆਗ ਤਾਂ ਮਨ ਦਾ ਹੈ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਯੋਗ ਕੀ ਹੈ। ਯੋਗ ਹੈ ਮਨ ਦੀਆਂ ਬਿਰਤੀਆਂ ਵਿਚਾਰਾਂ ਨੂੰ
ਬਾਹਰ ਤੋਂ ਹਟਾ ਕੇ ਅੰਤਰਾਤਮਾ ਵਿੱਚ ਲਗਾਉਣਾ। ਇਹਨਾਂ ਬਿਰਤੀਆਂ ਨੂੰ ਸੰਸਾਰ ਦੇ ਪਦਾਰਥਾਂ ਤੋਂ ਹਟਾ ਕੇ ਜਾਂ ਰੋਕ ਕੇ ਆਪਣੇ ਹਿਰਦੇ ਵਿੱਚ ਬਿਰਾਜਮਾਨ ਪਰਮਾਤਮਾ ਵਿੱਚ ਲੀਨ ਕਰਨਾ। ਇਸ ਲਈ ਮਹਾਰਿਸ਼ੀ ਪਤੰਜਲੀ ਨੇ ਚਿੱਤ ਬਿਰਤੀਆਂ ਦੇ ਨਿਰੋਧ ਨੂੰ ਹੀ ਯੋਗ ਕਿਹਾ ਹੈ। ਇਸ ਲਈ ਸਾਧਕ ਨੂੰ ਚਾਹੀਦਾ ਹੈ ਕਿ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਦੇ ਸਾਰੇ ਕੰਮ ਧੰਦੇ ਕਰਦੇ ਹੋਏ ਅਤੇ ਆਪਣੇ ਫਰਜ਼ਾਂ ਦਾ ਪਾਲਣ ਕਰਦੇ ਹੋਏ ਮਨ ਨੂੰ ਸੰਸਾਰ ਵਿੱਚ ਨਾ ਫਸਾਵੋ, ਪਰ ਮਨ ਦਾ ਪਰਮਾਤਮਾ ਨਾਲ ਯੋਗ ਕਰੋ। ਇਸ ਲਈ ਜੇਕਰ ਮਨੁੱਖ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਉਸ ਦਾ ਇੱਕ ਮਾਤਰ ਉਪਾਅ ਇਹ ਹੈ ਕਿ ਉਹ ਆਪਣੇ ਮਨ ਦੀਆਂ ਬਿਰਤੀਆਂ ਨੂੰ ਬਾਹਰ ਤੋਂ ਹਟਾ ਕੇ ਅੰਦਰ ਵੱਲ ਲੈ ਜਾਵੇ। ਇਸੇ ਦਾ ਨਾਮ ਯੋਗ ਹੈ। ਜਦ ਤੱਕ ਮਨ ਦੀਆਂ ਬਿਰਤੀਆਂ ਬਾਹਰ ਮੁਖੀ ਰਹਿਣਗੀਆਂ ਤਦ ਤੱਕ ਦੁੱਖਾਂ ਦਾ ਅੰਤ ਨਹੀਂ ਹੋਵੇਗਾ। ਯੋਗ ਦਾ ਆਦੇਸ਼, ਯੋਗ ਦਾ ਮਤਲਬ ਕੀ ਹੈ? ਕਾਹਦੇ ਲਈ ਕਰਨਾ? ਜਦ ਮਨ ਦਾ ਭਟਕਣਾ ਬੰਦ ਹੋ ਜਾਂਦਾ ਹੈ ਤਾਂ ਇਸ ਵਿੱਚ ਇਕਾਗਰਤਾ ਆ ਜਾਂਦੀ ਹੈ। ਮਨ 'ਚ ਭਟਕਣਾ ਲੱਗੀ ਹੈ ਨਾ, ਅੱਜ ਕੱਲ੍ਹ ਤਾਂ ਬਾਹਰ ਦੀ ਭਟਕਣਾ ਹੀ ਜ਼ਿਆਦਾ, ਸਭ ਇੱਧਰ ਨੂੰ ਦੁਨੀਆ ਲੱਗੀ ਹੈ। ਸਮੁੰਦਰੋਂ ਪਾਰ ਦੀ ਭਟਕਣਾ ਬਹੁਤ ਹੈ। ਉਹ ਜਿਵੇਂ ਸਮੁੰਦਰ ਛੱਲਾਂ ਮਾਰਦਾ ਹੈ, ਉਹ ਮਨ ਛੱਲਾਂ ਮਾਰਦਾ। ਅਤੇ ਇੱਧਰ ਭਜਨ ਬਾਣੀ ਵਾਲਾ ਕਿ ਮਨੁੱਖ ਦੇ ਮਿਲੀ ਹੈ, ਇੱਧਰ ਤਾਂ ਹੁਣ ਧਿਆਨ ਰਿਹਾ ਹੀ ਨਹੀਂ ਲੋਕਾਂ ਦਾ। ਜਦ ਮਨ ਭਟਕਦਾ ਫਿਰਦਾ ਹੈ ਤਾਂ ਮਨ ਦੀ ਸਾਰੀ ਸ਼ਕਤੀ ਵਿਅਰਥ ਜਾਂਦੀ ਹੈ। ਜਿਸ ਤਰ੍ਹਾਂ ਭਾਫ ਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ ਉਸ ਤੋਂ ਕੋਈ ਕੰਮ ਨਹੀਂ ਲਿਆ ਜਾ ਸਕਦਾ। ਹਾਂਜੀ, ਅਤੇ ਜੇ ਉਹ ਭਾਫ ਬੰਦ ਕਰ ਦਈਏ ਤਾਂ ਬੜੇ ਬੜੇ ਇੰਜਣ ਰੇਲਾਂ ਨੂੰ ਖਿੱਚੀ ਫਿਰਦੇ ਕਿ ਨਹੀਂ। ਇਸੇ ਤਰ੍ਹਾਂ ਬੇਕਾਬੂ ਮਨ ਤੋਂ ਕੋਈ ਕੰਮ ਨਹੀਂ ਲਿਆ ਜਾ ਸਕਦਾ। ਪਰ ਉਹੀ ਭਾਫ ਜੇ ਮਸ਼ੀਨ ਵਿੱਚ ਬੰਦ ਕਰ ਦਿੱਤੀ ਜਾਵੇ ਤਾਂ ਇਸ ਤੋਂ ਕਈ ਕੰਮ ਲਏ ਜਾ ਸਕਦੇ ਹਨ ਅਤੇ ਉਹੀ ਭਾਫ ਹਜ਼ਾਰਾਂ ਟਨ ਬੋਝ ਖਿੱਚ ਸਕਦੀ ਹੈ। ਇਹੀ ਹੱਲ ਮਨ ਦਾ ਹੈ। ਇਸ ਨੂੰ ਬਸ ਵਿੱਚ ਰੱਖ ਕੇ ਜਾਂ ਇਹਦੇ ਇਕਾਗਰ ਹੋ ਜਾਣ 'ਤੇ ਮਹਾਨ ਕੰਮ ਲਏ ਜਾ ਸਕਦੇ ਹਨ। ਇਸ ਲਈ ਮਨ ਨੂੰ ਇਕਾਗਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਨੂੰ ਇਕਾਗਰ ਕਰਨ ਦਾ ਅਸਲ ਤਰੀਕਾ ਯੋਗ ਹੀ ਹੈ। ਉਹ ਫਿਰ ਸਾਧਨ ਕਰਨਾ ਪਏਗਾ, ਧਿਆਨ 'ਚ ਬਹਿਣਾ ਪਏਗਾ। ਮਨ ਨੂੰ ਇਕਾਗਰ ਕਰਨ ਲਈ ਮਨ ਇੰਦਰੀਆਂ ਬੁੱਧੀ ਕਾਬੂ ਕਰਨੀ ਪਊਗੀ। ਹੁਣ ਗਿੱਦੜ ਤਾਂ ਮੂੰਹ ਪਿੱਛੇ ਨੂੰ ਤਾਂ ਨਹੀਂ ਝਾਕਦੇ ਹੈਂ। ਹਾਂ, ਸੰਗਤ 'ਚ ਆਏ ਆ ਤੁਸੀਂ ਪਿਛਲ ਝਾਕ ਛੱਡ ਕੇ ਬਿਰਤੀ ਇੱਕ ਪਾਸੇ ਲਾਓਗੇ ਫਿਰ ਤਾਂ ਕਿਤੇ ਪਹੁੰਚ ਜਾਓਗੇ। ਅਤੇ ਜੇ ਮਨ ਪਿੱਛੇ ਨੂੰ ਦੌੜਦਾ ਫੇਰ ਨਹੀਂ, ਨਾ ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ, ਉਹ ਹਾਲ ਹੁੰਦਾ। ਮਨ ਦੇ ਵਪਾਰ ਬੰਦ ਹੋਣ ਨਾਲ ਨੀਂਦ ਜਿਹੀ ਆਉਂਦੀ ਹੈ। ਹਾਂਜੀ, ਇਹ ਕਦੇ ਵੀ ਨਹੀਂ ਹੋਇਆ ਕਿ ਮਨ ਵਿੱਚ ਵਿਚਾਰ ਦਾ ਪ੍ਰਵਾਹ ਚੱਲਦਾ ਹੋਵੇ ਅਤੇ ਨੀਂਦ ਆ ਜਾਵੇ। ਮਨ ਦੀ ਪੂਰੀ ਸ਼ਾਂਤੀ ਦਾ ਨਾਮ ਨੀਂਦ ਹੈ। ਨੀਂਦ ਵੀ ਉਦੋਂ ਆਉਂਦੀ ਨਾ ਮਨ ਸ਼ਾਂਤ, ਅਤੇ ਜੇ ਮਨ 'ਚ ਕੋਈ ਉਹੋ ਜਿਹਾ ਹੋਵੇ ਫਿਰ ਨੀਂਦ ਵੀ ਨਹੀਂ ਆਉਂਦੀ। ਮਨ ਵਿੱਚ ਵਿਕਾਰਾਂ ਅਤੇ ਚਿੰਤਾ ਦੀਆਂ ਲਹਿਰਾਂ ਚੱਲਣੀਆਂ ਰੁਕੀਆਂ ਕਿ ਨੀਂਦ ਆਈ। ਇਹਦਾ ਅਰਥ ਹੈ ਕਿ ਜੇ ਜੋ ਲਾਭ ਨੀਂਦ ਲੈਣ ਵਜੋਂ ਹੁੰਦੇ ਹਨ ਉਹੀ ਮਨ ਨੂੰ ਸ਼ਾਂਤ ਕਰਨ ਨਾਲ ਹੋ ਸਕਦੇ ਹਨ। ਮਨ ਦੇ ਸ਼ਾਂਤ ਹੋਣ ਨਾਲ ਇਸ ਦੀ ਸ਼ਕਤੀ ਵੱਧਦੀ ਹੈ, ਪਰ ਇਹਦੀ ਇੱਧਰ ਉੱਧਰ ਦੀ ਭੱਜ ਨੱਠ ਵਿੱਚ ਮਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ। ਕਿਲੇ ਸਾਰੀ ਜਾਣੀ ਕਦੀ ਮਨ ਉੱਧਰ ਨੂੰ ਨਿਕਲ ਗਿਆ, ਕਦੀ ਉੱਧਰ ਨੂੰ ਨਿਕਲ ਗਿਆ, ਫਲਾਨਾ ਐਂ ਹੋ ਗਿਆ, ਮੈਂ ਵੀ ਉੱਧਰ ਨੂੰ ਤੁਰਾਂ, ਬਸ ਭੇਡਾਂ ਚਾਲ ਸੰਸਾਰ ਦੌੜਾ ਫਿਰਦਾ। ਇਸ ਲਈ ਨੀਂਦ ਦੇ ਲਾਭ ਯੋਗ ਤੋਂ ਪ੍ਰਾਪਤ ਹੁੰਦੇ ਹਨ। ਨੀਂਦ ਨਾਲ ਸਿਹਤ ਚੰਗੀ ਰਹਿੰਦੀ ਹੈ ਅਤੇ ਕੰਮ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ, ਪਰ ਨੀਂਦ ਵਿੱਚ ਤਮੋ ਗੁਣ ਦੀ ਪ੍ਰਧਾਨਤਾ ਹੁੰਦੀ ਹੈ। ਪਰ ਯੋਗ ਸਾਧਨ ਨਾਲ ਮਨ ਨੂੰ ਰੋਕਣ ਨਾਲ ਤਮੋ ਗੁਣ ਅਰਥਾਤ ਗਿਆਨ ਦੀ ਪ੍ਰਧਾਨਤਾ ਹੁੰਦੀ ਹੈ। ਅਗਿਆਨਤਾ ਨਾਲੋਂ ਗਿਆਨ ਦੀ ਅਵਸਥਾ ਬਹੁਤ ਚੰਗੀ ਹੁੰਦੀ ਹੈ। ਇਸ ਲਈ ਜਿੰਨੀ ਸਿਹਤ, ਜਿੰਨੀ ਖੁਸ਼ੀ ਅਤੇ ਸ਼ਕਤੀ ਨੀਂਦ ਤੋਂ ਪ੍ਰਾਪਤ ਹੁੰਦੀ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਸ਼ਕਤੀ ਸਿਹਤ ਅਤੇ ਖੁਸ਼ੀ ਮਨ ਨੂੰ ਰੋਕਣ ਨਾਲ ਮਿਲ ਜਾਂਦੀ ਹੈ। ਇਸ ਲਈ ਸਾਰੀਆਂ ਇੰਦਰੀਆਂ ਨੂੰ ਰੋਕਣਾ ਅਤੇ ਮਨ ਨੂੰ ਸ਼ਾਂਤ ਜਾਂ ਇਕਾਗਰ ਰੱਖਣਾ ਯੋਗ ਦਾ ਅਸਲ ਆਦੇਸ਼ ਹੈ ਅਤੇ ਮਨ ਨੂੰ ਇਕਾਗਰ ਕਰਨਾ ਹੀ ਪਹਿਲੀ ਸਮਾਧੀ ਹੈ। ਜਿੰਨਾ ਚਿਰ ਮਨ ਇਕਾਗਰ ਨਹੀਂ ਹੁੰਦਾ ਸਮਾਧੀ ਕਿੱਥੋਂ ਲਾ ਲਓਗੇ। ਇੱਧਰ ਹੁਣ ਆਪਾਂ ਟਾਈਮ ਹੀ ਨਹੀਂ ਲਾਉਂਦੇ ਹੈ, ਸਾਰੀ ਭੱਜ ਨੱਠ ਦੂਏ ਪਾਸੇ ਹੀ ਹੈ ਜਿੰਨੀ ਵੀ ਹੈ। ਯੋਗ ਨਾਲ ਸਰੀਰਕ ਅਤੇ ਮਾਨਸਿਕ ਦੁੱਖਾਂ ਦਾ ਨਾਸ ਹੁੰਦਾ ਹੈ। ਯੋਗ ਕਰਨ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ, ਵਿੱਚ ਐਕਸਰਸਾਈਜ਼ਾਂ ਦੱਸੀਆਂ ਜਿਹੜੇ ਮਾਨਸਿਕ ਦੁੱਖਾਂ ਦਾ ਵੀ ਨਾਸ ਹੋ ਜਾਂਦਾ।
ਅਤੇ ਸਮਾਧੀ ਵੀ ਪ੍ਰਾਪਤ ਹੋ ਜਾਂਦੀ ਹੈ। ਮੈਂ ਸੁਖੀ ਹਾਂ, ਦੁਖੀ ਹਾਂ ਜਾਂ ਮੂਰਖ ਹਾਂ, ਇਸ ਤਰ੍ਹਾਂ ਜਿਵੇਂ ਸਾਤਵਿਕ, ਰਾਜਸੀ ਜਾਂ ਤਾਮਸੀ ਬਿਰਤੀ ਹੁੰਦੀ ਹੈ, ਮਨੁੱਖ ਵੀ ਆਪਣੇ ਆਪ ਨੂੰ ਉਸੇ ਤਰ੍ਹਾਂ ਸਰੂਪ ਵਾਲਾ ਮੰਨਦਾ ਹੈ। ਪਰ ਇਹਨਾਂ ਸਾਰੀਆਂ ਬਿਰਤੀਆਂ ਦਾ ਨਿਰੋਧ ਹੋ ਜਾਣ ਨਾਲ ਜਾਂ ਚਿੱਤ ਦੀਆਂ ਉਪਾਧੀਆਂ ਦੇ ਸ਼ਾਂਤ ਹੋ ਜਾਣ 'ਤੇ ਦ੍ਰਿਸ਼ਟਾ ਜਾਂ ਆਤਮਾ ਆਪਣੇ ਅਸਲੀ ਸਰੂਪ ਵਿੱਚ ਟਿਕ ਜਾਂਦਾ ਹੈ। ਭਾਵ ਆਤਮਾ ਆਪਣੇ ਨਿਰਮਲ, ਨਿਰਾਕਾਰ ਅਤੇ ਨਿਰਉਪਾਧਕ, ਜਿੱਥੇ ਕੋਈ ਉਪਾਧੀ ਨਹੀਂ, ਅਵਸਥਾ ਵਿੱਚ ਹੁੰਦਾ ਹੈ ਅਤੇ ਸਤੋ, ਰਜੋ ਅਤੇ ਤਮੋ ਗੁਣ ਤੋਂ ਬਿਲਕੁਲ ਅਤੀਤ ਹੁੰਦਾ ਹੈ। ਕਿਉਂਕਿ ਤਮੋ ਗੁਣ ਨੂੰ ਰਜੋ ਗੁਣ, ਰਜੋ ਨੂੰ ਸਤੋ ਨਾ ਦਬਾਉਣਾ। ਸਤੋ ਤੋਂ ਬਾਅਦ ਫਿਰ ਤੁਰੀਆ ਗਿਆਨ ਅਵਸਥਾ 'ਚ ਮੰਨ ਜਾਂਦਾ ਹੈ, ਫਿਰ ਬਿਲਕੁਲ ਅਤੀਤ ਹੋ ਜਾਂਦਾ, ਵੱਖ ਹੋ ਜਾਂਦਾ ਹੈ। ਜਿਵੇਂ ਬਲੌਰ ਸ਼ੀਸ਼ੇ ਜਿਹਾ ਸਾਫ਼ ਪੱਥਰ ਸਫਟਕ ਮਣੀ ਦੇ ਨੇੜੇ ਜਦੋਂ ਲਾਲ ਫੁੱਲ ਪਿਆ ਹੋਵੇ ਤਾਂ ਉਹ ਲਾਲ ਦਿਖਾਈ ਦਿੰਦਾ ਹੈ, ਪਰ ਲਾਲ ਫੁੱਲ ਦੇ ਹਟਾਉਣ 'ਤੇ ਉਹ ਫਿਰ ਸ਼ੁੱਧ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਯੋਗ ਸਿੱਧ ਹੋਣ 'ਤੇ ਆਤਮਾ ਪ੍ਰਗਿਆਤ ਸਮਾਧੀ ਵਿੱਚ ਆਪਣੇ ਅਸਲੀ ਸਰੂਪ ਵਿੱਚ ਪ੍ਰਗਟ ਹੁੰਦਾ ਹੈ। ਇਹ ਪਰਮ ਅਵਸਥਾ ਹੈ ਜੋ ਬਿਰਤੀ ਨਿਰੋਧ ਨਾਲ ਸਿੱਧ ਹੁੰਦੀ ਹੈ। ਜਦ ਆਤਮਾ ਦਾ ਗਿਆਨ ਹੋ ਜਾਵੇ ਤਾਂ ਉਹ ਸਦਾ ਲਈ ਬ੍ਰਹਮ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਜਿਵੇਂ ਕਿ ਗੰਗਾ ਨਦੀ ਵਿੱਚ ਨਦੀ ਸਮੁੰਦਰ ਵਿੱਚ ਜਾ ਕੇ ਲੀਨ ਹੋ ਜਾਂਦੀ ਹੈ ਅਤੇ ਉਸ ਦਾ ਆਪਣਾ ਕੋਈ ਰੂਪ ਨਹੀਂ ਰਹਿੰਦਾ। ਯੋਗ ਦੀ ਅੰਤਮ ਨਿਰਵਿਕਲਪ ਸਮਾਧੀ ਅਵਸਥਾ ਵਿੱਚ ਵੀ ਸਿਵਾਏ ਆਤਮਾ ਦੇ ਅਸਲੀ ਸਰੂਪ ਦੇ ਚਿੰਤਨ ਦੇ ਹੋਰ ਕੁਝ ਨਹੀਂ ਹੁੰਦਾ। ਇਸ ਅਵਸਥਾ ਵਿੱਚ ਉਪਾਧੀਆਂ ਦੀ ਅਣੂ ਹੁੰਦੀ, ਕੋਈ ਆਦਿ ਵਿਆਦੀ ਉਪਾਧੀ ਕੋਈ ਨਹੀਂ ਰਹਿੰਦੀ, ਅਣਹੋਂਦ ਹੁੰਦੀ ਹੈ, ਕੇਵਲ ਆਤਮਾ ਮਾਤਰ ਹੀ ਹੁੰਦਾ ਹੈ। ਇਸ ਲਈ ਅਦਵੈਤ ਸਿਧਾਂਤ ਅਰਥਾਤ ਵੇਦਾਂਤ ਸਿਧਾਂਤ ਅਤੇ ਯੋਗ ਸਿਧਾਂਤ ਦੀ ਪ੍ਰਕਿਰਿਆ ਦੇ ਵਿਚਾਰ ਤੋਂ ਫਰਕ ਹੋਣ ਹੈ ਤੇ ਵੀ ਪਰਾਕਾਸ਼ਟਾ ਮੈਨੂੰ ਹੁੰਦਾ, ਆਖਰੀ ਮੰਜ਼ਿਲ 'ਤੇ ਪਹੁੰਚ ਕੇ ਕੋਈ ਅੰਤਰ ਨਹੀਂ। ਹਾਂਜੀ, ਇੱਕ ਰਸਤਾ ਵੱਖਰਾ ਹੈ ਅਤੇ ਮੰਜ਼ਿਲ ਇੱਕੋ ਹੀ ਹੈ। ਕਿਉਂਕਿ ਜਿਹੜਾ ਵੇਦਾਂਤ ਹੈ ਨਿਰੋਲ ਆਤਮਾ ਦੀ ਥਿਊਰੀ ਹੈ। ਯੋਗ ਜਿਹੜਾ ਅੰਦਰ ਦੀਆਂ ਬਿਰਤੀਆਂ ਦੇ ਕਾਬੂ ਆ ਕੇ ਆਤਮਾ 'ਚ ਜੁੜਨਾ, ਦੋਹਾਂ ਦਾ ਭਾਵ ਇੱਕੋ ਹੀ ਹੈ। ਜਿਵੇਂ ਹੁਣ ਇੱਕ ਜਣਾ ਲੱਕੜ ਲੈ ਆਇਆ ਹੈ, ਇੱਕ ਜਣੇ ਨੇ ਅੱਗ ਬਾਲਤੀ, ਇੱਕ ਜਣੇ ਨੇ ਦਾਲ ਲਿਆਂਦੀ, ਆਟਾ ਲਿਆਂਦਾ, ਪ੍ਰਸ਼ਾਦਾ ਬਣਾ ਲਿਆ। ਉਹ ਜਿਹੜੇ 5-6 ਜਣੇ ਕੰਮ ਤਾਂ ਇੱਕੋ ਹੀ ਕੀਤਾ ਨਾ। ਇਸ ਤਰ੍ਹਾਂ ਜਿਹਨੇ ਗ੍ਰੰਥ ਆ ਉਹਨਾਂ ਦੇ ਵਿਚਾਰ ਜਿਹੜੇ ਆ ਉਹਨਾਂ ਦਾ ਮਤਲਬ ਇੱਕ ਆਤਮਾ ਪਰਮਾਤਮਾ ਨੂੰ ਹੀ ਪਾਉਣ ਦਾ ਹੁੰਦਾ ਹੈ। ਤਰੀਕੇ ਦੱਸੇ ਹੁੰਦੇ ਆ। ਬਚਾਅ ਫਰਕ ਹੋਣ 'ਤੇ ਵੀ ਪਰਾਕਾਸ਼ਟ ਆਖਰੀ ਮੰਜ਼ਿਲ 'ਤੇ ਪਹੁੰਚ ਕੇ ਕੋਈ ਅੰਤਰ ਨਹੀਂ। ਇਸੇ ਦਾ ਨਾਮ ਬਦੇ ਜਾਂ ਕੇਵਲ ਮੁਕਤੀ ਹੈ। ਬਦੇ ਮੁਕਤੀ ਕਹਿ ਦਿਓ ਜਾਂ ਕੇਵਲ ਇੱਕ ਉਹਦੇ 'ਚ ਮਿਲ ਜਾਣਾ, ਇਹ ਸਭ ਤੋਂ ਉੱਤਮ ਅਤੇ ਆਖਰੀ ਮੰਜ਼ਿਲ ਹੈ। ਜਿਵੇਂ ਸਮੁੰਦਰ ਆ ਜਾਂ ਬੂੰਦ ਆ, ਪਾਣੀ ਦਾ ਰੂਪ ਤਾਂ ਇੱਕੋ ਹੀ ਆ। ਅਤੇ ਜਿਹੜੇ ਸਮੁੰਦਰ ਤੋਂ ਵੱਖ ਹੋ ਜਾਏ ਨਾ ਪਾਣੀ ਜਿੰਨਾ, ਉਹ ਫਿਰ ਛੱਪੜ ਬਣ ਜਾਂਦਾ, ਉਹ 'ਚ ਜਾਲਾ ਵੀ ਪੈ ਜਾਂਦਾ, ਬੋ ਵੀ ਪੈ ਜਾਂਦੀ ਹੈ, ਕੀੜੇ ਵੀ ਪੈ ਜਾਂਦੇ ਆ। ਉਹੀ ਪਾਣੀ ਮੁੜ ਕੇ ਸਮੁੰਦਰ 'ਚ ਪੈ ਜਾਏ ਅਤੇ ਸਾਰੇ ਦੋਸ਼ ਦੂਰ ਹੋ ਜਾਂਦੇ ਨਾ। ਇਸ ਤਰ੍ਹਾਂ ਜਿਹੜੇ ਆਤਮਾ ਪਰਮਾਤਮਾ ਤੋਂ ਵੱਖ ਹੋ ਜਾਂਦੀ ਹੈ, ਉਹਦੇ 'ਚ ਕਈ ਤਰ੍ਹਾਂ ਦੇ ਦੋਸ਼ ਹੋ ਜਾਂਦੇ। ਜੇ ਭਜਨ ਕਰ ਕਰਕੇ ਸ਼ੁੱਧ ਹੋ ਕੇ ਆਪ ਉਹ 'ਚ ਮਿਲ ਜਾਏ, ਉਹ ਦੋਸ਼ ਵੀ ਦੂਰ ਹੋ ਜਾਂਦੇ ਆ। ਇਹ ਸਭ ਤੋਂ ਉੱਤਮ ਅਤੇ ਆਖਰੀ ਮੰਜ਼ਿਲ ਹੈ। ਇਸ ਲਈ ਪਾਣੀ 'ਚ ਮਿਲਾਇਆ ਹੋਇਆ ਲੂਣ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ। ਅੱਖਾਂ ਨੂੰ ਦੀਦਾ ਨਹੀਂ ਨਾ ਲੂਣ, ਜਿਹੜੇ ਪੀਏ ਫਿਰ ਪਤਾ ਲੱਗਦਾ ਵੀ ਲੂਣ ਹੈਗਾ। ਇਸ ਤਰ੍ਹਾਂ ਆਤਮਾ ਦਾ ਦਰਸ਼ਨ ਇਹਨਾਂ ਸਥੂਲ ਅੱਖਾਂ ਨਾਲ ਨਹੀਂ ਹੋ ਸਕਦਾ, ਇਹਨਾਂ ਅੱਖਾਂ ਨਾਲ ਨਹੀਂ ਦੀਦਾ। ਕੇਵਲ ਚਿੱਤ ਬਿਰਤੀ ਦੇ ਨਿਰੋਧ ਨਾਲ ਹੀ ਉਸ ਦਾ ਅਨੁਭਵ ਹੁੰਦਾ। ਗਿਆਨ ਬਰਾਗ ਦੇ ਨੇਤਰਾਂ ਨਾਲ ਦੀਦਾ। ਉਹ ਹੁਣ ਦੇਖ ਲਓ ਸਾਨੂੰ ਬਰਾਗ ਪੈਦਾ ਹੋ ਗਿਆ ਹੈ, ਜੇ ਪਿੱਛੇ ਨੂੰ ਚੇਤੇ ਆਉਂਦਾ ਹੈ ਫਿਰ ਤਾਂ ਬਰਾਗ ਨਹੀਂ ਨਾ। ਬਰਾਗ ਦਾ ਮਤਲਬ ਆਪਣਾ ਰਾਗ ਪ੍ਰੇਮ ਬੈ ਕਰ ਦੇਣਾ। ਜਿਹੜੀ ਚੀਜ਼ ਬੈ ਕਰ ਦਈਏ, ਜਿਹਨ ਬੈਨਾਮਾ ਕਰਾ ਲਿਆ ਉਹਦੀ ਬਣ ਜਾਂਦੀ ਨਾ। ਪਰਮਾਤਮਾ ਨੂੰ ਸਮਰਪਣ ਕਰ ਦੇਣਾ, ਇਹ ਬਰਾਗ ਆ। ਅਤੇ ਸਾਡੇ ਮਨ 'ਚ ਤਾਂ ਕਿੰਨਾ ਹੀ ਕੂੜਾ ਕਬਾੜਾ ਇਕੱਠਾ ਹੋਇਆ ਨਹੀਂ ਹੈ। ਪਹਿਲਾਂ ਆਪਣੀ ਸੋਚ ਹੁੰਦੀ ਹੈ, ਫਿਰ ਮੁੰਡੇ ਕੁੜੀਆਂ ਦੀ, ਫਿਰ ਪੋਤੇ ਪੋਤੇ ਦੋਤੇ ਦੋਤੀਆਂ ਦੀ। ਬਸ ਐਵੇਂ ਜਾਲ 'ਚ ਫਸਿਆ ਸਾਰੀ ਉਮਰ ਮੱਕੜੀ ਮੂੰਹ। ਹਾਂਜੀ, ਜੀਵਨ ਬਰਬਾਦ ਕਰਕੇ ਤੁਰ ਜਾਂਦਾ। ਜਿਹੜੇ ਕੰਮ ਲਿਆਇਆ ਸੀ ਉੱਧਰ ਧਿਆਨ ਨਹੀਂ ਹੈ। ਕੇਵਲ ਚਿੱਤ ਬਿਰਤੀ ਦੇ ਨਿਰੋਧ ਨਾਲ ਹੀ ਉਸ ਦਾ
ਅਨੁਭਵ ਹੋ ਸਕਦਾ ਹੈ। ਹੁਣ ਤੇਰੇ ਮਾਂ ਪਿਓ ਤਾਂ ਕਹਿੰਦੇ ਹੋਣੇ ਨਾ ਵੀ ਮੁੰਡਾ ਸਾਤੋਂ ਬਾਅਦ ਭੁੱਖਾ ਮਰੂਗਾ। ਹੁਣ ਘਰੋਂ ਆਇਆ ਉਦਣ ਦਾ ਭੁੱਖਾ ਰਿਹਾ ਕਿ ਨੰਗਾ ਰਿਹਾ ਹੈਂ? ਬਸ ਫੇ ਇਸ ਤਰ੍ਹਾਂ ਹੀ ਆ ਹੈਂ। ਮੁੜ ਮੁੜ ਕੇ ਹੁਣ ਗਿੱਦੜ ਮੂੰਹ ਪਿੱਛੇ ਨਾ ਝਾਕੋ। ਜੇ ਤਾਂ ਆਏ ਆ ਫਿਰ ਤਾਂ ਲਾਹ ਲੈ ਲਓ। ਅੰਧੀਆ ਕਹੋਗੇ ਵੀ ਸਾਡੇ ਉੱਤੇ ਆ, ਇਹ ਤਾਂ ਗੁਰੂ ਨਾਨਕ ਦਾ ਥੜਾ ਇੱਕ ਗਿਆ ਇੱਕ ਹੋਰ ਖੜਾ। ਇਹ ਸਾਤੋਂ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਚੱਲ ਰਿਹਾ, ਪਿੱਛੋਂ ਵੀ ਚੱਲੀ ਜਾਣਾ। ਇਹ ਘਰ ਬੰਦ ਨਹੀਂ ਹੁੰਦਾ ਕਿ ਨਹੀਂ? ਦਰਿਆ ਚੱਲੀ ਜਾਂਦੇ ਕਿ ਨਹੀਂ? ਲਹਿਰਾਂ ਨਿਕਲੀ ਜਾਂਦੀਆਂ, ਪਿੱਛੋਂ ਹੋਰ ਆਈ ਜਾਂਦੀਆਂ। ਇਹ ਘਰ ਦਾ ਇਸ ਤਰ੍ਹਾਂ ਹੀ ਹੈ। ਇਹ ਕਰਕੇ ਜੇ ਤਾਂ ਭਾਈ ਕੋਈ ਮੁਕਤੀ ਜਾਂ ਗਿਆਨ ਪ੍ਰਾਪਤ ਕਰਨਾ ਫਿਰ ਤਾਂ ਭੁੱਲ ਜਾਓ। ਅਤੇ ਜੇ ਮੁੜ ਮੁੜ ਗਿੱਦੜ ਨੂੰ ਪਿੱਛੇ ਨੂੰ ਝਾਕਣਾ ਫਿਰ ਮਜਲ ਕੋਈ ਨਹੀਂ ਮਿਲਣੀ। ਕੇਵਲ ਚਿੱਤ ਬਿਰਤੀ ਦੇ ਨਿਰੋਧ ਨਾਲ ਹੀ ਉਸ ਦਾ ਅਨੁਭਵ ਹੋ ਸਕਦਾ। ਇੱਕ ਵਾਰੀ ਮੰਜੇ ਬਿਸਤਰੇ ਬਹੁਤ ਇਕੱਠੇ ਹੋ ਗਏ ਮਹਾਰਾਜ ਦੇ ਹੈਂ। ਉਦੋਂ ਛੱਪਰ ਛੁਪਰੇ ਹੁੰਦੇ ਸੀ ਅਤੇ ਅੱਗ ਲਾ ਕੇ ਸਾਰੇ ਫੂਕ ਦਿੱਤੇ। ਉਹ ਜਿਹੜੇ ਭਾਂਬੜ ਨਿਕਲੇ ਪਿੰਡਾਂ ਦੇ ਮਿੱਟੀ ਬਾਲਟੀਆਂ ਪਾਣੀ ਲੈ ਕੇ ਦੌੜੇ ਪੈ ਅੱਗ ਲੱਗ ਗਈ। ਜਿਹੜੇ ਆਏ ਅਤੇ ਹੈਂ ਉੱਥੇ ਹੈ ਨਹੀਂ। ਕਹਿੰਦੇ ਮਹਾਰਾਜ ਕਹਿੰਦੇ ਸਾਡੇ ਕਿਹੜੇ ਜਵਾਈ ਆਉਣੇ ਸੀ, ਇੰਨਾ ਕੂੜ ਕਵਾੜਾ ਜਮ੍ਹਾਂ ਹੋਇਆ ਸੀ ਕਿ ਨਹੀਂ? ਵੀ ਕਵਾੜ ਖਾਨਾ ਸੀ ਇਹ। ਅਤੇ ਜਿਹੜੇ ਮਹਾਂਪੁਰਖ ਆ ਉਹ ਫਿਰ ਇਹਨਾਂ ਚੀਜ਼ਾਂ 'ਚ ਨਹੀਂ ਫਸਦੇ। ਅਤੇ ਅਸੀਂ ਕੋਈ ਵੀ ਚੀਜ਼ਾਂ ਆਉਂਦੀਆਂ ਫਿਰ ਸਾਂਭ ਕੇ ਰੱਖਦੇ ਹਾਂ। ਕੁਆੜਖਾਨਾ ਇਕੱਠਾ ਕਰੀ ਜਾਂਦੇ ਹਾਂ ਹੈਂ। ਇਕੱਠੀਆਂ ਕਰ ਜੋ ਸਾਂਭਣ 'ਚ ਬਸ ਸਾਰੀ ਜ਼ਿੰਦਗੀ ਐਵੇਂ ਨਿਕਲ ਜਾਂਦੀ। ਜਿਸ ਤਰ੍ਹਾਂ ਹਾਂਜੀ ਬੀਜ ਨੂੰ ਅੱਗ ਵਿੱਚ ਭੁੰਨ ਲੈਣ ਤੋਂ ਬਾਅਦ ਉਸ ਵਿੱਚ ਰੁੱਖ ਪੈਦਾ ਕਰਨ ਦੀ ਸ਼ਕਤੀ ਨਹੀਂ ਨਾ ਰਹਿੰਦੀ, ਇਸੇ ਤਰ੍ਹਾਂ ਯੋਗ ਦੀ ਅੱਗ ਵਿੱਚ ਕਰਮਾਂ ਦੇ ਬੀਜ ਦੇ ਜੋ ਸੰਸਕਾਰ ਉਹਨਾਂ ਨੂੰ ਭੁੰਨ ਲੈਣ ਨਾਲ ਦੁੱਖ ਰੂਪੀ ਰੁੱਖਾਂ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਯੋਗ ਨਾਲ ਵਿਚਾਰ ਇੰਨੇ ਸਾਫ਼ ਹੋ ਜਾਂਦੇ ਹਨ ਕਿ ਫਿਰ ਉਹਨਾਂ ਤੋਂ ਪਾਪ ਕਰਮ ਪੈਦਾ ਨਹੀਂ ਹੁੰਦੇ, ਕਿਉਂਕਿ ਯੋਗ ਨਾਲ ਪੰਜ ਕਲੇਸ਼ ਹੈ ਅਵਿਦਿਆ, ਅਸਿਮਤਾ ਹਾਂਜੀ, ਇਹ ਜਿਹੜੇ ਰਾਗ ਦਵੇਸ਼ ਹੈ ਹਾਂਜੀ, ਅਤੇ ਮੈਂ ਹਾਂ ਦੀ ਭਾਵਨਾ, ਇਹ ਜਿਹੜੀ ਅਸੰਗ ਭਾਵਨਾ ਨਾ ਮੈਂ ਹਾਂ ਇਹ ਨਹੀਂ ਨਿਕਲਦੀ ਅੰਦਰੋਂ। ਰਾਗ ਦਵੇਸ਼ ਕਿਸੇ ਵਸਤੂ ਨੂੰ ਪਸੰਦ ਕਰਨਾ ਹਾਂਜੀ ਅਤੇ ਨਾ ਕਰਨਾ, ਅਤੇ ਅਭਿਨਿਵੇਸ਼ ਝੂਠਾ ਹੀ ਜਿਹੜਾ ਹੱਠ ਹੈ, ਮੌਤ ਦਾ ਡਰ ਜਾਂ ਸਰੀਰ ਵਿੱਚ ਅਸਕਤੀ ਪਕੜ ਜਾਂ ਜੀਵਨ ਪ੍ਰਤੀ ਮਮਤਾ ਜੋ ਜੀਵ ਮਾਤਰ ਵਿੱਚ ਦੇਖੀ ਜਾਂਦੀ ਹੈ, ਕਿਉਂਕਿ ਹਰ ਪ੍ਰਾਣੀ ਜੀਵਤ ਰਹਿਣਾ ਚਾਹੁੰਦਾ ਹੈ, ਦਾ ਨਾਸ ਹੋ ਜਾਂਦਾ ਹੈ, ਸਦਾ ਥੋੜ੍ਹੀ ਰਹਿੰਦਾ ਹੈ। ਇਹੀ ਕਲੇਸ਼ ਮਨੁੱਖ ਦੇ ਮਨ 'ਤੇ ਆਪਣਾ ਅਧਿਕਾਰ ਕਰ ਲੈਂਦੇ ਹਨ ਅਤੇ ਉਸਦੇ ਹਰ ਵਿਚਾਰ ਦੀ ਜੜ੍ਹ ਪੱਕੀ ਹੋ ਜਾਂਦੀ ਹੈ। ਅਤੇ ਸਾਡਾ ਕੋਈ ਕਰਮ ਵੀ ਐਸਾ ਨਹੀਂ ਹੁੰਦਾ ਜਿਸ ਦੀ ਤਹਿ ਵਿੱਚ ਇਹਨਾਂ ਪੰਜਾਂ ਕਲੇਸ਼ਾਂ 'ਚੋਂ ਇੱਕ ਕਲੇਸ਼ ਮੌਜੂਦ ਨਾ ਹੋਵੇ। ਕੋਈ ਨਾ ਕੋਈ ਤਾਂ ਬਣਿਆ ਹੀ ਰਹਿੰਦਾ ਨਾ। ਹੁਣ ਭਾਈ ਜੀ ਮਨ ਇੱਥੇ ਆ ਕਿ ਰਾਜਾ ਸੰਸੀ ਘੁੰਮਦਾ ਕਿ ਇੰਗਲੈਂਡ ਘੁੰਮਦਾ, ਭਟਕਦਾ ਹੋਣਾ ਮਨ ਪਈ ਬਾਬਾ ਜੀ ਛੁੱਟੀ ਦੇਣ। ਇੱਕ ਪਾਸੇ ਤਾਂ ਚਾਹੁੰਦਾ ਵੀ ਪਰਮੇਸ਼ਰ ਨੂੰ ਮਿਲ ਜਾ, ਅਤੇ ਇੱਕ ਪਾਸੇ ਇਹ ਦੋ ਗੱਲਾਂ ਨਹੀਂ ਹੋਣੀਆਂ। ਇੱਕ ਮਿਆਨ 'ਚ ਦੋ ਤਲਵਾਰਾਂ ਕਿਵੇਂ ਪਾਏਗਾ ਹੈਂ। ਇਸ ਕਰਕੇ ਇਹ ਹੈ ਕਿ ਇਹਨਾਂ ਕਲੇਸ਼ਾਂ ਦੀ ਇਹ ਖੂਬੀ ਵਿਸ਼ੇਸ਼ਤਾ, ਇਸ ਪੰਜਾਂ ਕਲੇਸ਼ਾਂ 'ਚ ਇੱਕ ਕਲੇਸ਼ ਮੌਜੂਦ ਨਾ ਹੋਵੇ। ਜਿੰਨਾ ਚਿਰ ਸਾਡੇ ਕਰਮਾਂ ਦੀ ਜੜ੍ਹ ਜਾਂ ਨੀਂਹ ਹੀ ਗਲਤੀ 'ਤੇ ਹੈ, ਤਦ ਤੱਕ ਸੁੱਖ ਕਿੱਥੇ। ਇਹਨਾਂ ਕਲੇਸ਼ਾਂ ਦੀ ਇਹ ਖੂਬੀ ਵਿਸ਼ੇਸ਼ਤਾ ਹੈ ਕਿ ਜੇ ਇਹਨਾਂ ਵਿੱਚੋਂ ਕੋਈ ਇੱਕ ਵੀ ਮਨ 'ਤੇ ਅਧਿਕਾਰ ਕਰ ਲਵੇ ਤਾਂ ਬਾਕੀ ਚਾਰ ਵੀ ਉੱਥੇ ਪਹੁੰਚ ਜਾਂਦੇ ਹਨ। ਉਹ ਭਰਤਰੀ ਜੀ ਕਹਿੰਦੇ ਹਾਂਜੀ, ਜਹਾਂ ਪੰਜ ਸਰ ਕੋ ਵਾਸਾ ਤਹਾਂ ਕ੍ਰੋਧ ਲੋ ਕਰੇ ਨਿਵਾਸਾ, ਜਹਾਂ ਇੱਕ ਹੀ ਗਿਣਤੀ ਆਵੇ ਤਹਾਂ ਅਨੇਕ ਅਵਛਰ ਆਵੇ। ਜਿੱਥੇ ਇੱਕ ਕਾਮ ਆ ਗਿਆ ਉੱਥੇ ਕ੍ਰੋਧ ਆ ਗਿਆ, ਜਿੱਥੇ ਕ੍ਰੋਧ ਆ ਗਿਆ ਲੋਭ ਆ ਗਿਆ, ਮੋਹ ਆ ਗਿਆ, ਹੰਕਾਰ ਆ ਗਿਆ। ਜਿਵੇਂ ਕਾਂ ਇੱਕ ਬੋਲਦਾ ਨਾ ਸਾਰੇ ਕਾਂ ਇਕੱਠੇ ਕਰ ਲੈਂਦਾ, ਇਸ ਤਰ੍ਹਾਂ ਇੱਕ ਦੋਸ਼ ਵੀ ਆ ਜਾਏ ਉਹਨਾਂ ਦੋਸ਼ਾਂ ਨੂੰ ਆਪੇ ਸੱਦ ਲੈਂਦਾ। ਉਹ ਜਿੱਥੇ ਚੰਗਾ ਗੁਣ ਆ ਜਾਏ ਉੱਥੇ ਚੰਗੇ ਗੁਣ ਸ਼ੁਰੂ ਹੋ ਜਾਂਦੇ ਆ, ਬੁਰਾ ਆ ਜਾਏ ਉੱਥੇ ਸਾਰੀਆਂ ਬੁਰਾਈਆਂ ਆ ਜਾਂਦੀਆਂ ਹਨ ਹਾਂਜੀ। ਇਸ ਕਰਕੇ ਬੰਦੇ ਦਾ ਮਨ ਦੀ ਭਟਕਣਾ ਨਹੀਂ ਨਾ ਮੁੱਕਦੀ। ਹਾਂ, ਉਹ ਕੋਈ ਪ੍ਰੇਮੀ ਆ ਅਤੇ ਜ਼ਮੀਨ ਵੀ ਕਾਫੀ ਆ, ਹੋਰ ਵੀ ਕਾਰੋਬਾਰ ਆ, ਫਿਰ ਮਨ ਨਹੀਂ ਟਿਕਦਾ, ਫਿਰ ਚਿੱਟੇ ਵੇਚਣ ਲੱਗ ਪੈਂਦੇ ਆ, ਫਿਰ ਫੜੇ ਜਾਂਦੇ, ਜੇਲ੍ਹਾਂ ਚੱਲ ਜਾਂਦੇ ਆ। ਉਹ ਜਿੰਨਾ ਕਮਾਇਆ ਹੁੰਦਾ ਫਿਰ ਪੁੱਠੇ ਪਾਸੇ ਲੱਗ ਜਾਂਦਾ ਹੈਂ। ਬਸ ਉਹ ਹੋਰ ਗਾਂਹ 'ਤੇ ਗਾਂਹ
ਭਟਕਦਾ ਜਾਂਦਾ, ਉਹ ਭਟਕਣਾ ਜਿਹੜੀ ਹੈ ਸੁੱਖ ਦੀ ਬਜਾਏ ਦੁੱਖ ਨੂੰ ਪੈਦਾ ਕਰ ਦਿੰਦੀ ਹੈ। ਜੋਗ ਹੀ ਪੰਜ ਕਲੇਛਾਂ ਦੁੱਖਾਂ ਦੇ ਮੂਲ ਅਤੇ ਸ਼ੁਕਲ ਪੁੰਨ ਕ੍ਰਿਸ਼ਨ ਪਾਪ ਅਤੇ ਸ਼ੁਕਲ ਕ੍ਰਿਸ਼ਨ ਪੁੰਨ ਪਾਪ ਜਿਹੜੇ ਮਿਲੇ ਜੁਲੇ ਆ, ਕਿਤੇ ਪੁੰਨ ਕਰ ਲਿਆ ਕਿਤੇ ਪਾਪ ਕਰ ਲਿਆ, ਮਿਲਿਆ ਜੁਲਿਆ, ਇਹਨਾਂ ਤਿੰਨਾਂ ਕਰਮਾਂ ਨੂੰ ਨਾਸ ਕਰਨ ਦਾ ਸਾਧਨ ਹੈ। ਦੁੱਖ ਦਾ ਮੂਲ ਅਤੇ ਸ਼ੁਕਲ ਪੁੰਨ, ਹਾਂਜੀ, ਕ੍ਰਿਸ਼ਨ ਪਾਪ, ਸ਼ੁਕਲ ਕ੍ਰਿਸ਼ਨ ਪੁੰਨ ਪਾਪ ਜਿਹੜੇ ਮਿਲੇ ਜੁਲੇ ਆ, ਇਹਨਾਂ ਤਿੰਨਾਂ ਕਰਮਾਂ ਨੂੰ ਨਾਸ ਕਰਨ ਦਾ ਸਾਧਨ ਹੈ ਅਤੇ ਚਿੱਤ ਨੂੰ ਵਾਪਸ ਆਪਣੇ ਅਧਿਸ਼ਠਾਨ ਜਿਹੜਾ ਆਸਰਾ ਰੂਪੀ ਆਤਮਾ ਵਿੱਚ ਲੀਨ ਕਰ ਦਿੰਦਾ ਹੈ। ਅਸੀਂ ਝੀਲ ਦੀ ਤਹਿ ਨਹੀਂ ਦੇਖ ਸਕਦੇ ਜਦ ਤੱਕ ਇਹਦੇ ਤਲ 'ਤੇ ਲਹਿਰਾਂ ਉੱਠ ਰਹੀਆਂ ਹੋਣ। ਹੁਣ ਪਾਣੀ ਵਗਦਾ, ਉਹਦਾ ਥੱਲਾ ਨਹੀਂ ਨਾ ਲੀਦਾ, ਕਿਉਂਕਿ ਲਹਿਰਾਂ ਜੇ ਪਾਣੀ ਟਿਕ ਜਾਏ ਫਿਰ ਥੱਲਾ ਵੀ ਦਿਸਣ ਲੱਗ ਪੈਂਦਾ। ਪਹਿਲਾਂ ਬੇਈ ਸਾਫ਼ ਹੁੰਦੀ ਸੀ, ਥੱਲਾ ਦੀਦਾ ਸੀ। ਪਹਿਲਾਂ ਜਦੋਂ ਆਏ ਹਾਂ ਸੰਤ ਘਾਟ, ਇਹਦੇ ਜਲ ਨਾਲ ਹੀ ਪ੍ਰਸ਼ਾਦਾ ਬਣਾਉਂਦੇ ਰਹੇ, ਅਤੇ ਹੁਣ ਵਿੱਚ ਗੰਦ ਪੈ ਗਿਆ ਅਤੇ ਹੁਣ ਨਹੀਂ ਦੀਦਾ। ਇਹ 'ਚ ਨਹਾਉਣਾ, ਇਹਦੇ ਜਲ ਨੇ ਪ੍ਰਸ਼ਾਦੇ ਬਣਾਉਣੇ, ਇਹ ਪੀਣਾ, ਇੰਨਾ ਸਾਫ਼ ਹੁੰਦਾ ਸੀ। ਪਰ ਅਸੀਂ ਰਹਿਣ ਨਹੀਂ ਤਾਂ ਸਾਫ਼ ਕੋਈ ਚੀਜ਼, ਸਾਰੀ ਚੀਜ਼ ਵਿਗਾੜਤੀ ਨਾ ਮਨੁੱਖਾਂ ਨੇ। ਅਤੇ ਹੁਣ ਉਹ ਗੰਦੇ ਕੀਤੇ ਹੀ ਦਰਿਆ, ਹੜ੍ਹ ਆ ਕੇ ਸਾਰਾ ਗੰਦ ਲੋਕਾਂ ਦੇ ਘਰਾਂ 'ਚ ਸੁੱਟ ਦਿੱਤਾ। ਉਹ ਦੇਵਤੇ ਕਹਿੰਦੇ ਵੀ ਤੁਸੀਂ ਸਾਨੂੰ ਗੰਦ ਦਿੱਤਾ, ਅਸੀਂ ਹੁਣ ਤੁਹਾਨੂੰ ਮੁੜ ਕੇ ਦੇ ਦਿੰਦੇ ਹਾਂ। ਹੈਂ, ਉਹ ਸਾਡੇ ਕੀਤੇ ਕਰਮਾਂ ਦਾ ਫਲ ਹੈ ਨਾ। ਉਹ ਫਿਰ ਕਹਿੰਦੇ ਲਓ ਹੁਣ ਤੁਹਾਡੇ ਘਰਾਂ 'ਚ ਲਿਆ ਕੇ ਸੁੱਟਦੇ ਹਾਂ। ਕਿਸੇ ਬੰਦੇ ਦੇ ਸਿੱਟੋ ਅਤੇ ਉਹ ਵੀ ਛੱਡਦਾ ਨਾ, ਤੂੰ ਮੇਰੇ ਸਿੱਟੇ ਮੈਂ ਤੇਰੇ ਸਿੱਟਦਾ। ਦੇਵਤਿਆਂ ਨਾਲ ਕਰਾਂਗੇ ਫਿਰ ਦੇਵਤੇ ਵੀ ਲਿਹਾਜ਼ ਥੋੜ੍ਹੀ ਕਰਦੇ ਹੋ ਕਿ ਨਹੀਂ। ਜਦੋਂ ਉਹਨਾਂ ਦਾ ਦਾਹ ਲੱਗਦਾ ਉਹ ਵੀ ਲੈ ਜਾਂਦੇ ਫਿਰ ਚੀਕਦੇ ਆ। ਅਸੀਂ ਝੀਲ ਦੀ ਤਹਿ ਨਹੀਂ ਦੇਖ ਸਕਦੇ ਜਦ ਇਸ ਦੇ ਤਲ 'ਤੇ ਲਹਿਰਾਂ ਉੱਠ ਰਹੀਆਂ ਹੋਣ ਜਾਂ ਇਸ ਦਾ ਪਾਣੀ ਗੰਧਲਾ ਜਾਂ ਹਿੱਲ ਰਿਹਾ ਹੋਵੇ। ਅਸੀਂ ਇਸ ਦੀ ਤਹਿ ਉਦੋਂ ਹੀ ਵੇਖ ਸਕਦੇ ਹਾਂ ਜਦੋਂ ਇਸ ਵਿੱਚ ਲਹਿਰਾਂ ਉੱਠਣੀਆਂ ਬੰਦ ਹੋ ਜਾਣ। ਇਸ ਤਰ੍ਹਾਂ ਆਤਮਾ ਨੂੰ ਉਦੋਂ ਦੇਖਾਂਗੇ ਜਿਹਨੇ ਮਨ 'ਚੋਂ ਲਹਿਰਾਂ ਉੱਠਣੀਆਂ ਬੰਦ ਹੋ ਜਾਣਗੀਆਂ ਅਤੇ ਪਾਣੀ ਸਥਿਰ ਖੜਾ ਹੋ ਜਾਏਗਾ। ਸਾਡਾ ਚਿੱਤ ਵੀ ਇੱਕ ਝੀਲ ਦੀ ਤਰ੍ਹਾਂ ਹੈ, ਬਿਰਤੀਆਂ ਇਸ ਵਿੱਚ ਲਹਿਰਾਂ ਹਨ। ਝੀਲ ਦੀ ਤਹਿ ਸਾਡਾ ਅਸਲ ਸਰੂਪ ਹੈ। ਇਸ ਲਈ ਚਿੱਤ ਦੀਆਂ ਬਿਰਤੀਆਂ ਦੇ ਰੁਕ ਜਾਣ 'ਤੇ ਹੀ ਅਸੀਂ ਆਤਮਾ ਦੇ ਦਰਸ਼ਨ ਕਰ ਸਕਦੇ ਹਾਂ। ਸੁਣ ਲਿਆ ਦਰਸ਼ਨ ਕਰਨ ਦਾ ਆਪਾਂ। ਅਤੇ ਹੁਣ ਆਪਣੇ ਮਨ 'ਚੋਂ ਦੇਖ ਲਓ ਇਹ ਲਹਿਰਾਂ ਜਿਹੜੀਆਂ ਬੰਦ ਹੋ ਗਈਆਂ ਕਿ ਹਾਲੇ ਚੱਲ ਰਹੀਆਂ। ਜੇ ਤਾਂ ਚੱਲ ਰਹੀਆਂ ਅਤੇ ਫੇਰ ਨਹੀਂ ਗੱਲ ਬਣਨੀ। ਰਾਗ ਦਵੈਸ਼ ਆਦਿ ਕਲੇਸ਼ਾਂ ਦਾ ਵਰਣਨ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇਸ ਲਈ ਅਸੀਂ ਇੱਥੇ ਸਿਰਫ ਅਵਿਦਿਆ ਕਲੇਸ਼ ਦਾ ਹੀ ਵਰਣਨ ਕਰਾਂਗੇ। ਇਹ ਕਲੇਸ਼ ਯੋਗ ਦੇ ਅਭਿਆਸ ਨਾਲ ਕੁਝ ਹੱਦ ਤੱਕ ਦਬ ਜਾਂਦੇ ਹਨ, ਪਰ ਇਹਨਾਂ ਦਾ ਪੂਰਨ ਨਾਸ ਨਿਰਬੀਜ ਸਮਾਧੀ ਦੁਆਰਾ ਹੁੰਦਾ। ਹਾਂਜੀ, ਜਿਵੇਂ ਕੋਈ ਬੀਜ ਭੁੰਨ ਦਈਏ ਨਾ ਫਿਰ ਫੁੱਟਦਾ ਨਹੀਂ, ਇਸ ਤਰ੍ਹਾਂ ਉਹ ਜਿਹੜੇ ਮਹਾਂਪੁਰਖ ਉਹਨਾਂ ਦੇ ਅੰਦਰ ਫਿਰ ਕੋਈ ਦੋਸ਼ ਪੈਦਾ ਨਹੀਂ ਹੁੰਦਾ ਹੈ। ਇਸ ਕਰਕੇ ਹੁਣ ਕੱਲ੍ਹ ਨੂੰ ਅਵਿਦਿਆ ਬਾਰੇ ਅਸੀਂ ਇਹ ਸਾਰਾ ਇਹਦਾ ਵਿਸ਼ਲੇਸ਼ਣ ਕਰਾਂਗੇ, ਕਿਉਂਕਿ ਇਹ ਸਾਰੇ ਬੜੇ ਔਖੇ ਵਿਸ਼ੇ ਹੈਗੇ ਆ ਅਤੇ ਇਹਦਾ ਹੌਲੀ ਹੌਲੀ ਹੁਣ ਗ੍ਰੰਥ ਵਿੱਚ ਇਹ ਸਾਰੀਆਂ ਚੀਜ਼ਾਂ ਦੱਸੀਆਂ ਆ। ਅਤੇ ਅੱਜ ਕੱਲ੍ਹ ਹੁਣ ਗ੍ਰੰਥ ਪੜ੍ਹਨ ਦਾ ਰਿਵਾਜ ਬਹੁਤ ਘੱਟ ਆ, ਵਿਰਲੇ ਵਿਰਲੇ ਪੜ੍ਹਦੇ ਆ ਸਿਆਣੇ। ਅਤੇ ਹੁਣ ਜਿਹੜਾ ਰਿਕਾਰਡਿੰਗ ਆ ਇਹਦੇ ਨਾਲ ਤੁਸੀਂ ਜਿੱਥੇ ਮਰਜ਼ੀ ਸੁਣਾ ਸਕਦੇ ਹੋ। ਸੋ ਇਸ ਕਰਕੇ ਹੁਣ ਅਗਲਾ ਜਿਹੜੇ ਅਵਿਦਿਆ ਆ, ਤੂਲਾ ਵਿਦਿਆ ਕੀ ਹੈ, ਮੂਲਾ ਵਿਦਿਆ ਕੀ ਹੈ, ਇਹ ਸਾਰਿਆਂ ਬਾਰੇ ਜਦੋਂ ਫੇਰ ਮਹਾਰਾਜ ਸਮਾਂ ਦੇਵੇਗਾ ਅਤੇ ਉਹਦੇ ਵਿੱਚ ਵਰਣਨ ਕਰਾਂਗੇ। ਕਿਉਂਕਿ ਅਨਜਲ ਦਾ ਕੋਈ ਖੇਲ ਬਾਹਰ ਦਾ ਸੀ ਅਤੇ ਉਹਦੇ ਕਰਕੇ ਫਿਰ ਇਹ ਕੁਝ ਦਿਨ ਰੁਕਿਆ ਰਿਹਾ ਪ੍ਰਸੰਗ। ਅਤੇ ਜਦੋਂ ਉੱਧਰ ਗਏ ਹਾਂ ਬਹੁਤ ਸਾਰੇ ਗੁਰਸਿੱਖ ਆ ਕੇ ਮਿਲੇ ਆ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਸੁਣਿਆ ਅਤੇ ਬਹੁਤ ਪਸੰਦ ਕੀਤਾ, ਖਾਸ ਕਰਕੇ ਜਿਹੜੇ ਅਭਿਆਸੀ ਸੱਜਣ ਸੀ। ਅਤੇ ਫਿਰ ਬਾਬਾ ਜੀ ਹੁਣ ਅਗਲਾ ਪ੍ਰਸੰਗ ਉਹ ਮੈਂ ਕਿਹਾ ਹੁਣ ਜਿਹੜੇ ਫੇਰ ਜਾਵਾਂਗੇ ਫੇਰ ਸ਼ੁਰੂ ਕਰ ਲਵਾਂਗੇ। ਅਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਹੌਲੀ ਹੌਲੀ ਆਪਾਂ ਤੁਰੇ ਚਲਾਂਗੇ, ਕਿਉਂਕਿ ਇਹ ਔਖੇ ਵਿਸ਼ੇ ਆ, ਸਮਝਣ ਵਾਲੇ ਆ। ਅਤੇ ਇਹ ਸਾਨੂੰ ਭਜਨ ਦੇ ਵਿੱਚ ਬਹੁਤ ਸਹਾਇਤਾ ਦਿੰਦੇ ਆ, ਔਰ ਜਿਹੜੀਆਂ ਭਜਨ ਕਰਨ 'ਚ ਰੁਕਾਵਟਾਂ ਆ ਉਹਨਾਂ ਨੂੰ ਵੀ ਦੂਰ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।